ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਨਿੱਘੀ ਗੋਦ ਵਿੱਚ ਦੂਰੋਂ ਨੇੜਿਓਂ ਚੱਲ ਕਰਕੇ ਸ਼ਾਮ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਸਮੇਂ ਨੂੰ ਆਪ ਜੀ ਸਫਲਾ ਬਣਾ ਰਹੇ ਹੋ। ਆਓ ਸਤਿਗੁਰਾਂ ਦੇ ਪਾਵਨ ਜੀਵਨ ਕੌਤਕਾਂ ਦਾ ਆਨੰਦ ਮਾਣੀਏ। ਚੱਲ ਰਹੀ ਲੜੀਵਾਰ ਪਵਿੱਤਰ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ। ਗੁਰੂ ਨਾਨਕ ਸਾਹਿਬ ਜੀਆਂ ਨੇ ਸਾਊਦੀ ਦੀ ਧਰਤੀ ਤੇ ਮੱਕੇ ਸ਼ਹਿਰ ਵਿੱਚ ਅੰਮ੍ਰਿਤ ਬਚਨ ਗੁਰਬਾਣੀ ਦੇ ਉਚਾਰਨ ਕੀਤੇ। ਰਾਗ ਬਸੰਤ ਵਿੱਚ 9-7-14 3-4 ਕਰ ਮੁਹਲਤ 4 ਬਹਾਲੀ। ਇਹਨਾਂ ਅੰਮ੍ਰਿਤ ਬਚਨਾਂ ਦੁਆਰਾ ਸਾਹਿਬ ਜੀਆਂ ਨੇ ਉਸ ਅਕਾਲ ਪੁਰਖ ਕਰਤੇ ਦੇ ਤਾਈ ਬਚਨ ਬਲਾਸ ਕੀਤੇ। ਬੜਾ ਕੁਝ ਦੱਸਿਆ। ਸੇਖਾਂ ਆਈ ਵਾਰੀ ਆਦ ਪੁਰਖ ਕਉ ਅੱਲੋ ਕਹੀਏ। ਜਿਨ੍ਹਾਂ ਦੇ ਪਾਵਨੇ ਅਰਥਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਸਰਵਣ ਕੀਤਾ ਹੈ। ਭਾਈ ਮਰਦਾਨਾ ਜੀ ਆਖਦੇ ਆ, ਮਹਾਰਾਜ ਮੱਕੇ ਦੀ ਯਾਤਰਾ ਤੇ ਪਹੁੰਚ ਗਏ ਆ, ਕਿਰਪਾ ਕਰਕੇ ਮੈਨੂੰ ਕਾਬਾ ਸ਼ਰੀਫ ਵਿਖਾ ਦੇ। ਇੱਥੋਂ ਤੱਕ ਆਪ ਜੀ ਨੇ ਸਰਵਣ ਕੀਤਾ। ਆਓ ਜੀ ਕੁਝ ਸਮਾਂ ਸੁਰਤ ਕਰਕੇ ਚੱਲੀਏ ਇਸ ਯਾਰਤ ਵਿੱਚ। ਪਾਓ ਪ੍ਰੇਮ ਦੀ ਸਾਂਝ। ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰ ਸ਼ਬਦ ਕਮਾਏ ਜਿਨ। ਮਹਾਕਵੀ ਭਾਈ ਸੰਤੋਖ ਸਿੰਘ ਗੁਰੂ ਨਾਨਕ ਸਾਹਿਬ ਜੀਆਂ ਦੇ ਪਾਵਨ ਜੀਵਨ ਦੇ ਪ੍ਰਸੰਗਾਂ ਨੂੰ ਭਾਵਨਾ ਪੂਰਵਕ ਲਿਖ ਰਹੇ। ਮੱਕੇ ਦੀ ਯਾਰਤ, ਮੱਕੇ ਦੀ ਯਾਤਰਾ, ਇਸ ਪ੍ਰਸੰਗ ਦੀ ਆਰੰਭਤਾ ਤੋਂ ਪਹਿਲਾਂ ਉਹਨਾਂ ਮੰਗਲਾ ਚਰਨ ਕੀਤਾ ਹੈ। ਜਿਸ ਸ਼ਬਦ ਨੂੰ ਆਪ ਜੀ ਕਥਾ ਦੀ ਆਰੰਭਤਾ ਦੇ ਵਿੱਚ ਮੰਗਲਾ ਚਰਨ ਰੂਪ ਵਿੱਚ ਸੁਣਦੇ ਹੋ। ਅੱਜ ਪਹਿਲੀ ਵਾਰ ਅਰਥਾਂ ਸਹਿਤ ਤੇ ਸ਼ਬਦ ਆਇਆ ਹੈ। ਸ਼੍ਰੀ ਗੁਰ ਸ਼ਬਦ ਕਮਾਏ ਜਿਨ। ਸ਼੍ਰੀ ਨਾਮ ਹੈ ਅਕਾਲ ਪੁਰਖ, ਗੁਰੂ ਨਾਮ ਹੈ ਪਰਮਾਤਮਾ ਦਾ, ਸਤਿਗੁਰੂ ਦਾ। ਜਿਨ੍ਹਾਂ ਨੇ ਪਰਮਾਤਮਾ ਤੇ ਗੁਰੂ ਦੇ ਸ਼ਬਦ ਨੂੰ ਜੀਵਨ ਵਿੱਚ ਕਮਾਇਆ ਹੈ। ਜਿਨ ਸ਼ਬਦ ਆਇਆ ਸਾਰੇ ਨਹੀਂ, ਬਹੁਤ ਬਿਰਲੇ ਆ। ਤੁਹਾਡੇ ਸਾਹਮਣੇ ਇੱਕ ਮਿਸਾਲ ਹੈ। ਸੈਂਕੜੇ ਲੋਕ ਖੜੇ ਹੋਣ ਜਾਂ 50 ਬੰਦੇ ਖੜੇ ਆ, ਤੁਹਾਡੀ ਗੱਡੀ ਵਿੱਚ 10 ਬੰਦਿਆਂ ਦੇ ਬੈਠਣ ਦੀ ਥਾਂ ਹੈ। ਤੁਸੀਂ ਇਹ ਪੁੱਛੋਗੇ ਜਿਹਨੇ ਜਿਹਨੇ ਜਾਣਾ ਉਹੀ ਬੈਠੋ, ਮਤਲਬ ਬਹੁਤ ਥੋੜੇ। ਜੇ 50 ਦੇ ਵਿੱਚੋਂ 10 ਜਾ ਸਕਦੇ ਆ, ਉਹ ਗਿਣਤੀ ਦਾ ਜਿਨ ਸ਼ਬਦ ਆ ਗਿਆ, ਵਿਰਲੇ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਜੀਵਨ ਵਿੱਚ ਕਮਾਇਆ ਪ੍ਰੈਕਟੀਕਲੀ, ਉਹਨਾਂ ਦਾ ਜ਼ਿਕਰ ਕਰਦੇ ਨੇ। ਜੀਤੇ
ਪੰਜ ਵਿਕਾਰ ਜੀਤੇ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ। ਪੰਜ ਇਹ ਹੋ ਗਏ ਤੇ ਪੰਜ ਉਪ ਵਿਕਾਰ ਸ਼ਬਦ ਸਪਰਸ਼ ਰੂਪ ਰਸ ਅਤੇ ਗੰਧ। ਜਿਨ੍ਹਾਂ ਨੇ ਹਿਰਦੇ ਦੇ ਤਲ ਤੇ ਇਹਨਾਂ ਪੰਜਾਂ ਨੂੰ ਜਿੱਤ ਲਿਆ। ਵਿਕਾਰ ਜਿੱਤਣੇ ਬੜਾ ਔਖਾ ਕੰਮ ਹੈ। ਇੱਥੇ ਤੇ ਇੱਕ ਵਿਕਾਰ ਹੈ ਮੋਹ। ਦੁਨੀਆ ਦੀਆਂ ਤੁਕੀਆਂ ਕੱਢੀ ਫਿਰਦਾ ਹੈ। ਮੋਹ ਚ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਤੇ ਜਿਨ੍ਹਾਂ ਨੇ ਪੰਜੇ ਵਿਕਾਰਾਂ ਨੂੰ ਵਸ ਕੀਤਾ ਏ ਸ਼੍ਰੀ ਗੁਰ ਸ਼ਬਦ ਕਮਾਏ। ਦਿਨ ਵਸ ਕਿਵੇਂ ਹੋਏ? ਗੁਰੂ ਦਾ ਸ਼ਬਦ ਕਮਾ ਕੇ, ਗੁਰੂ ਦੀ ਬਾਣੀ ਨੂੰ ਵਿਚਾਰ ਕੇ। ਕਹਿੰਦੇ ਧੰਨ ਧੰਨਤਾ ਦੇ ਯੋਗ ਹਨ। ਤਿੰਨ ਸੰਤਨ ਕੋ ਬੰਦਨਾ ਅੰਮ੍ਰਿਤ ਬਚਨ ਲਿਖਦੇ ਨੇ ਤਿੰਨ ਸੰਤਨ ਕੋ ਬੰਦਨਾ। ਤਿੰਨ ਕਹੀਏ ਉਹਨਾਂ ਸੰਤਨ ਸ਼ਬਦ ਆਇਆ ਬਹੁ ਬਚਨ। ਜੇ ਸੰਤ ਹੁੰਦਾ ਕਿਸ ਇੱਕ ਵੱਲ ਇਸ਼ਾਰਾ ਸੀ। ਸੰਤਨ ਬਹੁ ਬਚਨ ਜਿਵੇਂ ਬਾਣੀ ਦੇ ਸ਼ਬਦ ਆਉਂਦਾ ਨਾ ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ। ਬਹੁਤ ਜਣੇ ਸਾਧੂ ਜਨ ਸੰਤ ਜਨ ਰੱਬ ਦੇ ਜੁੜੇ ਹੋਏ ਪਿਆਰੇ ਜੋ ਵਿਰਲੇ ਨੇ ਉਹਨਾਂ ਦਾ ਜ਼ਿਕਰ ਕਰ। ਤਿੰਨ ਸੰਤਨ ਕਉ ਬੰਦਨਾ। ਬੰਦਨਾ ਨਾਮ ਹੈ ਮੱਥਾ ਟੇਕਣ ਦਾ। ਕਹਿੰਦੇ ਐਸੇ ਰੱਬ ਦੇ ਪਿਆਰਿਆਂ ਨੂੰ ਮੈਂ ਨਮਸਕਾਰ ਕਰਾਂ, ਮੱਥਾ ਟੇਕਾਂ ਇਹਨਾਂ ਨੂੰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਪੰਜ ਵਿਕਾਰ ਜਿੱਤੇ ਆ। ਜਿਨ੍ਹਾਂ ਹਿਰਦੇ ਤੇ ਜਿੱਤ ਪਾਈ ਹੈ। ਸਿਰ ਚਰਨਨ ਪਰਤਾਰ। ਬੰਦਨਾ ਵੀ ਕੈਸੀ ਹੈ? ਦੂਰ ਆਉਂਦੇ ਜਾਂਦੇ ਸਤਿ ਸ੍ਰੀ ਅਕਾਲ ਨਹੀਂ, ਸਿਰ ਚਰਨਨ ਪਰਤਾਰ। ਮੈਂ ਆਪਣਾ ਸਿਰ ਉਹਨਾਂ ਬੰਦਗੀ ਵਾਲੀਆਂ ਰੂਹਾਂ ਦੇ ਚਰਨਾਂ ਤੇ ਬਾਰੰਬਾਰ ਧਰਾਂ। ਮਸਤਕ ਟੇਕਾਂ, ਨਮਸਕਾਰ ਕਰਾਂ, ਪੈਰ ਚੁੰਮਾਂ ਇਹਨਾਂ ਦੇ ਜਿਨ੍ਹਾਂ ਗੁਰੂ ਦਾ ਸ਼ਬਦ ਕਮਾਇਆ। ਸ਼ਬਦ ਕਮਾਉਣਾ ਹੀ ਔਖਾ ਹੈ। ਸਿੱਖ ਉਹੀ ਹੈ ਮਹਾਨ ਜਿਹਦੇ ਜੀਵਨ ਵਿੱਚ ਸ਼ਬਦ ਹੈ, ਜਿਹਨੇ ਸ਼ਬਦ ਕਮਾਇਆ। ਕਹਿੰਦੇ ਉਹਨਾਂ ਨੂੰ ਨਮਸਕਾਰਾਂ ਹੁੰਦੀਆਂ ਨੇ। ਜ਼ਮਾਨਾ ਹੈ ਉਹਨਾਂ ਦੀ ਪੂਜਾ ਕਰਦਾ ਏ। ਸ਼੍ਰੀ ਬਾਲਾ ਸੁੰਦਰ ਵਾਚ ਕਬਿਤ ਸੁਨੋ ਗੁਰੂ ਅੰਗਦ ਜੀ ਆਗੇ ਪੁੰਨ ਕਥਾ ਆਪ। ਇੱਥੇ ਭਾਈ ਬਾਲਾ ਜੀ ਪਾਵਨ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਦੇਵ ਸਾਹਿਬ ਜੀਆਂ ਨੂੰ। ਕਹਿੰਦੇ ਮਹਾਰਾਜ ਹੁਣ ਦੀ ਕਥਾ ਥੋੜੀ ਹੋਰ ਤਰੀਕੇ ਦੀ, ਕਿਉਂਕਿ ਇਹ ਭਾਰਤ ਵਰਸ਼ ਨਹੀਂ ਹੈ। ਹੁਣ ਧਰਤੀ ਵੀ ਬਦਲ ਗਈ, ਲੋਕ ਵੀ ਬਦਲ ਗਏ, ਦਿਸ਼ਾ ਵੀ ਬਦਲ ਗਈ ਤੇ ਇਸ ਦਿਸ਼ਾ ਦਾ ਧਰਮ ਵੀ ਬਦਲ ਗਿਆ। ਇੱਥੇ ਜਿੱਥੇ ਤੱਕ ਜੋ ਦਿਸਦਾ ਏ ਸਭ ਇਸਲਾਮੀ ਲੋਕ ਮੁਸਲਮਾਨ ਹਨ, ਇਸਲਾਮ ਦੇ ਪੈਰੋਕਾਰ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੱਕੇ ਸ਼ਹਿਰ ਪਹੁੰਚੇ ਆ। ਮੱਕਾ ਸ਼ਹਿਰ ਹੈ। ਮੱਕੇ ਤੋਂ 300 ਕਿਲੋਮੀਟਰ ਦੂਰੀ ਤੇ ਪੈਂਦਾ ਮਦੀਨਾ। ਪਰ ਬੋਲਣ 'ਚ ਆਪਾਂ ਇਕੱਠਾ ਬੋਲ ਦਿੰਨੇ ਆ ਮੱਕਾ ਮਦੀਨਾ। ਬੜੇ ਏਦਾਂ ਦੇ ਸ਼ਹਿਰ ਨੇ ਜਿਨ੍ਹਾਂ ਦੇ ਨਾਮ ਇਕੱਠੇ ਬੋਲੇ ਜਾਂਦੇ ਆ ਪਰ ਬਹੁਤ ਹੁੰਦੇ ਆ। ਸਾਡੇ ਪਿੰਡ ਵੀ ਆਪਣੇ ਪੰਜਾਬ 'ਚ ਏਦਾਂ ਦੇ ਆ। ਪਿੰਡ 20-20 ਕਿਲੋਮੀਟਰ ਇੱਕ ਦੂਜੇ ਤੋਂ ਦੂਰ ਨੇ ਪਰ ਨਾਮ ਇਕੱਠੇ ਬੋਲੇ ਜਾਂਦੇ। ਬਹੁਤ ਪਿੰਡ ਏਦਾਂ ਦੇ, ਬਹੁਤ ਸ਼ਹਿਰ, ਬੜੀਆਂ ਕੰਟਰੀਜ਼ ਏਦਾਂ ਦੀਆਂ ਜਿਨ੍ਹਾਂ ਦੇ ਨਾਂ ਇਕੱਠੇ ਬੋਲ ਦਿੰਦੇ ਆ ਪਰ ਹੁੰਦੇ ਦੂਰ ਆ। ਹੁਣ ਮੱਕੇ ਤੋਂ ਮਦੀਨਾ 300 ਕਿਲੋਮੀਟਰ ਅੱਜ ਵੀ ਸੜਕ ਦੀ ਦੂਰੀ ਹੈ ਪਰ ਅਸੀਂ ਬੋਲਦੇ ਕੀ ਆ? ਮੱਕੇ ਮਦੀਨੇ ਜਾ ਆਇਓ। ਸੁੱਖ ਹੈ। 300 ਕਿਲੋਮੀਟਰ ਕਿੰਨੀ ਦੂਰ ਪੈ ਜਾਂਦਾ ਜੀ? ਹਿਸਾਬ ਲਾ ਕੇ ਵੇਖੋ। ਇਹ ਤੇ ਅੰਮ੍ਰਿਤਸਰ ਵੀ 252 ਕਿਲੋਮੀਟਰ ਹੈ, ਉਹ ਵੀ 300 ਨਹੀਂ ਹੈ। ਭਾਵ ਮੱਕੇ ਤੋਂ ਮਦੀਨੇ ਦੀ ਦੂਰੀ ਕਾਫੀ ਹੈ। ਗੁਰੂ ਬਾਬਾ ਜੀ ਮੱਕੇ ਸ਼ਹਿਰ ਆਏ ਆ। ਬਹੁਤ ਵੱਡਾ ਸ਼ਹਿਰ ਸੀ ਅਰਬ ਦਾ, ਸਾਊਦੀ ਅਰਬ। ਭਾਈ ਮਰਦਾਨਾ ਇਸ ਗੱਲ ਤੋਂ ਖੁਸ਼ ਬੜੇ ਨੇ ਵੀ ਸਤਿਗੁਰਾਂ ਨੇ ਮੇਰੀ ਭਾਵਨਾ ਪੂਰੀ ਕਰਤੀ। ਅੰਮ੍ਰਿਤ ਬਚਨ ਸੁਣ ਕੇ ਗੁਰੂ ਸਾਹਿਬ ਜੀ ਨੇ ਦੁਬਿਧਾ ਦੂਰ ਕਰ ਦਿੱਤੀ। ਭਾਈ ਅੱਲਾ ਕੋਈ ਗੈਰ ਨਹੀਂ, ਆਦ ਪੁਰਖ ਕਉ ਅੱਲਾਹ ਕਹੀਐ। ਸ਼ੇਖਾਂ ਆਈ ਵਾਰੀ ਉਸੇ ਰੱਬ ਪਰਮਾਤਮਾ ਨੂੰ ਜਮਾਨਾ ਅੱਲਾ ਆਖਦਾ ਏ।
बैठे जगदीश को घटी ते थान है। ਇਸ ਥਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤਕਰੀਬਨ 1.5 ਤੋਂ 2 ਘੰਟੇ ਬੈਠੇ, ਭਾਵ 4 ਤੋਂ 5 ਘੜੀਆਂ ਬੈਠੇ ਰਹੇ ਮਰ। ਸ਼ਬਦ ਉਚਾਰਨ ਤੋਂ ਬਾਅਦ ਬੈਠੇ ਕਿੱਥੇ ਆ? ਮੱਕੇ ਦੀ ਬਹੁਤ ਵੱਡੀ ਬਾਉਂਡਰੀ ਵਾਲ, ਜਿਵੇਂ ਅੱਜ ਬਾਰਡਰਾਂ ਦੀਆਂ ਸਰਹੱਦਾਂ ਦੀ ਉੱਚੀਆਂ ਦੀਵਾਰਾਂ ਹੁੰਦੀਆਂ, ਜਿਵੇਂ ਮੈਕਸੀਕੋ ਦੀ ਦੀਵਾਰ ਹੈ, ਜਾਂ ਸੈਂਟਰ ਦੀਆਂ ਵੱਡੀਆਂ ਜੇਲਾਂ ਤਿਹਾੜ ਵਰਗੀਆਂ ਜਿਨ੍ਹਾਂ ਦੀਆਂ ਉੱਚੀਆਂ ਉੱਚੀਆਂ ਦੀਵਾਰਾਂ, ਜਾਂ ਪੁਰਾਣੇ ਕਿਲਿਆਂ ਦੀਆਂ ਉੱਚੀਆਂ ਕੰਧਾਂ। ਕਹਿੰਦੇ ਮੱਕੇ ਦੇ ਚਾਰੇ ਪਾਸੇ ਬਾਉਂਡਰੀ ਵਾਲ ਬਹੁਤ ਵੱਡੀ ਹੈ, ਜੀ ਤੋਂ ਬਾਹਰ ਗੁਰੂ ਪਾਤਸ਼ਾਹ ਬੈਠੇ ਆ, ਪਰ ਉਹ ਕੰਧ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਦੀਵਾਰ ਹੀ ਦੀਵਾਰ ਜਾ ਰਹੀ, ਉਹਦੀ ਜੜ 'ਚ ਬੈਠੇ ਸਨ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਤੇਰਾ ਚਿੱਤ ਕਰਦਾ ਤੂੰ ਜਾਇਆ, ਪਰ ਇਸ ਧਰਤੀ ਤੇ ਸਤਿਗੁਰੂ ਜੀ ਕੇਵਲ ਭਾਈ ਮਰਦਾਨਾ ਜੀ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖ ਕੇ ਆਏ ਆ, ਉਹਨਾਂ ਕਰਕੇ ਹੀ ਬਹਾਨੇ ਵਰਤਣ। ਜਦੋਂ ਕਾਫੀ ਘੜੀਆਂ ਬੀਤ ਗਈਆਂ, ਦੁਪਹਿਰਾ ਢਲਣ ਲੱਗਿਆ ਏ। दीनन के दानी बोले बदन ते बानी तब। ਉਸ ਵੇਲੇ ਭਾਈ ਮਰਦਾਨਾ ਜੀ ਦੇ ਤਾਈ ਸਤਿਗੁਰਾਂ ਨੇ ਇਸ਼ਾਰਾ ਕੀਤਾ, ਕਹਿੰਦੇ ਮਰਦਾਨਿਆ ਅਜੇ ਦੁਪਹਿਰ ਦਾ ਸਮਾਂ, ਤੇਰੇ ਪਾਸ ਵਕਤ ਹੈ, ਤੂੰ ਮਨ ਲਾ ਕੇ ਚਿੱਤ ਲਾ ਕੇ ਕਾਬੇ ਦੀ ਯਾਤਰਾ ਕਰੇ। ਇਸਲਾਮ ਦੇ ਵਿੱਚ ਕੋਈ ਵੀ ਥਾਂ ਹੋਵੇ ਨਾ, ਉਹਦੇ ਨਾਮ ਨਾਲ ਸ਼ਰੀਫ ਸ਼ਬਦ ਲੱਗਦਾ ਹੈ। ਹੁਣ ਸ਼ਰੀਫ ਦਾ ਅਰਥ ਕੀ ਹੈ ਜੀ? ਅਰਬੀ ਭਾਸ਼ਾ ਦਾ ਸ਼ਬਦ ਹੈ, ਇਹਦਾ ਅਰਥ ਹੈ ਪਵਿੱਤਰ। ਕੁਰਾਨ ਸ਼ਰੀਫ, ਮੱਕਾ ਸ਼ਰੀਫ, ਰੋਜ਼ਾ ਸ਼ਰੀਫ, ਦਰਗਾਹ ਸ਼ਰੀਫ, ਦਰਬਾਰ ਸ਼ਰੀਫ, ਪੀਰ ਸ਼ਰੀਫ, ਔਲੀਆ ਸ਼ਰੀਫ। ਇਹ ਸ਼ਬਦ ਹਮੇਸ਼ਾ ਇਸਲਾਮ ਦੇ ਨਾਲ ਲੱਗੇਗਾ, ਇਹ ਤਖੱਲਸ ਆ ਸ਼ਰੀਫ। ਹੁਣ ਇਸ ਮੱਕੇ ਸ਼ਹਿਰ ਦੇ ਵਿੱਚ ਜਿੱਥੇ ਚੱਲ ਕੇ ਆਏ ਯਾਤਰਾ, ਉਹਨੂੰ ਕਹਿੰਦੇ ਕਾਬਾ ਸ਼ਰੀਫ। ਕਾਬਾ ਕੀ ਹੈ? ਇੱਕ ਮਕਾਨ ਛੋਟਾ ਜਿਹਾ, ਬਹੁਤ ਛੋਟਾ ਜਿਹਾ ਇੱਕ ਕਮਰਾ ਹੀ ਹੈ, ਜਿਹਦੇ ਪਹਿਲਾਂ ਇਬਰਾਹੀਮ ਪੈਗੰਬਰ ਜੀ ਨੇ 2 ਦਰਵਾਜ਼ੇ ਰੱਖੇ ਸੀ, ਪਰ ਅੱਜ ਕੇਵਲ ਇੱਕੋ ਹੀ ਦਰਵਾਜ਼ਾ ਹੈ। ਉਸ ਦਰਵਾਜ਼ੇ ਦੀ ਚਾਬੀ ਉਸ ਇਲਾਕੇ ਦੇ ਵੱਡੇ ਘਰਾਣੇ ਕੋਲੇ ਹੈ। ਪਹਿਲਾਂ ਦਰਵਾਜ਼ੇ ਨੀਵੇਂ ਸੀ, ਅੱਜ ਉੱਚੇ। ਪਰ ਸਦੀਆਂ ਤੋਂ ਲੈ ਕੇ ਆ 1993-94 ਲੰਘਿਆ ਨਾ, ਇਹ ਤੋਂ ਪਹਿਲਾਂ ਛੱਤ ਨਹੀਂ ਸੀ ਹੁੰਦੀ, ਕਾਬੇ ਉੱਤੇ ਛੱਤ ਨਹੀਂ ਸੀ। ਕਿਤੇ ਬਾਅਦ ਵਿੱਚੋਂ ਪਾਈ ਗਈ ਹੈ। ਸਿਰਫ 4 ਦੀਵਾਰਾਂ ਸਨ, 2 ਦਰਵਾਜ਼ੇ ਸਨ, ਅੰਦਰ ਇੱਕ ਬਿਲਕੁਲ ਛੋਟੀ ਜੀ ਥਾਂ ਸੀ ਜਿਹਦੀ ਪੂਜਾ ਕੀਤੀ ਜਾਂਦੀ ਸੀ। ਅੱਜ ਸਾਰੇ ਕਾਬੇ ਨੂੰ ਮੱਥਾ ਟੇਕਿਆ ਜਾਂਦਾ ਹੈ, ਇਸ ਕਰਕੇ ਉਹਨੂੰ ਕਹਿੰਦੇ ਕਾਬਾ ਸ਼ਰੀਫ। ਇਸਲਾਮ ਦੇ ਲੋਕ ਕਾਬੇ ਨੂੰ ਵਾਸੀਆਂ ਦਿੰਦੇ ਆ, ਔਸੀਆਂ ਜਿਹਨੂੰ ਕਹਿੰਦੇ ਆ ਚੁੰਮੀਆਂ ਦੇਣਾ, ਮਤਲਬ ਉਸ ਚੀਜ਼ ਨੂੰ ਚੁੰਮ ਲੈਣਾ। ਉਹਨਾਂ ਦੇ ਧਰਮ 'ਚ ਬਹੁਤ ਵੱਡੀ ਗੱਲ ਹੈ। ਭਾਈ ਮਰਦਾਨਾ ਦੀ ਇਸੇ ਕਾਬਾ ਸ਼ਰੀਫ ਨੂੰ ਵੇਖਣਾ ਚਾਹੁੰਦੇ ਆ, ਪਰ ਇਹਦੇ ਕਾਬੇ ਦੀ ਦੀਵਾਰ ਤੋਂ ਬਾਹਰ ਬੈਠੇ ਆ ਤੇ ਦਰਵਾਜ਼ਿਆਂ ਤੇ ਖੜੇ ਨੇ ਢਲੈਟ। ਢਲੈਟ ਕਿਹਨੂੰ ਕਹਿੰਦੇ ਆ? ਹਾਈ ਸਿਕਿਉਰਿਟੀ, ਜੋ ਛਾਣਬੀਣ ਕਰੇ ਤੋਂ ਬਿਨਾ ਅੰਦਰ ਜਾਣ ਨਹੀਂ ਦਿੰਦੇ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਭਾਈ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਦਰਸ਼ਨ ਕਰਕੇ ਮੁੜ ਆਵੀਂ। देख मर्दाने जाको चाहत महान है। ਭਾਈ ਮਰਦਾਨਿਆ ਤੇਰੇ ਲਈ ਇਹ ਮਹਾਨ ਥਾਂ ਹੈ, ਸਾਰਿਆਂ ਲਈ ਹੈ, ਪਰ ਤੇਰੀ ਇੱਛਾ ਸੀ ਵੇਖਣ ਦੀ। ਇਸਲਾਮ ਤੋਂ ਮੁਸਲਮਾਨ ਹੋਣ ਕਰਕੇ ਅਸੀਂ ਬੈਠਦੇ ਆ, ਤੂੰ ਵੇਖਾ। ਭਾਈ ਮਰਦਾਨਾ ਚਾਹੁੰਦਾ ਸੀ ਸਤਿਗੁਰ ਮੇਰੇ ਨਾਲ ਜਾਣ, ਗੁਰੂ ਪਾਤਸ਼ਾਹ ਚੱਲਣ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਤੇਰੀ ਉਡੀਕ ਕਰਾਂਗੇ, ਇਸੇ ਥਾਂ ਤੇ ਬੈਠਾਂਗੇ। प्रभ पनीत चारों दिस पीत। ਮਰਦਾਨਾ ਕਹਿੰਦਾ ਬਾਬਾ ਜਾਵਾਂ ਕਿਹੜੇ ਪਾਸੇ? ਜਿੱਧਰ ਵੇਖਾਂ ਕੰਧਾਂ ਹੀ ਕੰਧਾਂ, ਦੀਵਾਰਾਂ ਹੀ ਦੀਵਾਰਾਂ, ਉੱਚੀਆਂ ਦੀਵਾਰਾਂ, ਜਿਵੇਂ ਕੋਈ ਕਿਲਾ ਹੁੰਦਾ। ਇਹ ਤੇ ਰੱਬ ਦਾ ਘਰ ਹੈ। ਕਹਿੰਦੇ ਬਾਬਾ ਪਿੱਛੇ ਵੇਖਾਂ ਦੀਵਾਰ ਲੰਬੀ ਜਾ ਰਹੀ ਹੈ, ਸਾਹਮਣੇ ਵੇਖਾਂ ਦੀਵਾਰ ਜਾਂਦੀ, ਦਰਵਾਜ਼ਾ ਕਿਹੜੇ ਪਾਸੇ ਹੈ? ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ।
करे कहूँ मैं प्रतीत सब तुरक अजान है। ਪਰ ਪਾਤਸ਼ਾਹ ਆਪ ਦੀ ਮੈਨੂੰ ਇਕੱਲੇ ਨੂੰ ਭੇਜ ਦਿਓ, ਮੈਂ ਕਿਸੇ ਨੂੰ ਜਾਣਦਾ ਨਹੀਂ, ਮੈਂ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦਾ। ਸਾਰੇ ਮੁਸਲਮਾਨ ਤੁਰੇ ਫਿਰਦੇ ਤੇ ਮੇਰੇ ਤੇ ਭਰੋਸਾ ਕੌਣ ਕਰੂ? ਇਹ ਤੇ ਪਰਦੇਸ ਹੈ, ਕੱਲਿਆਂ ਨੂੰ ਕੌਣ ਪੁੱਛਦਾ? ਮਹਾਰਾਜ ਮੁਸਕਰਾ ਪਏ, ਕਹਿੰਦੇ ਉਦੋਂ ਤੇ ਬੜੀ ਕਾਹਲੀ ਕਰਦਾ ਸੀ ਬਾਬਾ, ਜਿਵੇਂ ਮਰਜੀ ਮੱਕੇ ਤੇ ਪੈਰ ਧਰਾ ਦਿਓ ਇੱਕ ਵਾਰੀ ਉਸ ਸ਼ਹਿਰ ਲੈ ਚੱਲੋ। कैसी रीत काको पूजे कर प्रीत नर। ਮਹਾਰਾਜ ਮੈਨੂੰ ਦੱਸਦੇ ਦਿਓ ਇੱਥੇ ਪੂਜਾ ਕਿਹਦੀ ਹੁੰਦੀ ਹੈ, ਕਿਹੜੇ ਪਾਸੇ ਦਰਵਾਜ਼ਾ ਹੈ, ਕਿਵੇਂ ਜਾਣਾ ਹੈ ਅੰਦਰ? ਕਿਉਂਕਿ ਆਪਾਂ ਜਿਸ ਥਾਂ ਤੇ ਗਏ ਨਾ ਹੋਈਏ, ਭਾਵੇਂ ਧਾਰਮਿਕ ਸਥਾਨ ਹੈ ਜਾਂ ਉਹ ਦੁਨਿਆਵੀ ਕੋਈ ਦਫ਼ਤਰ ਹੈ, ਇੱਕ ਵਾਰੀ ਤੇ ਮਨ ਝਿਜਕਦਾ ਵੀ ਇਸ ਬਾਰੇ ਨੌਲੇਜ ਤੇ ਹੈ ਨਹੀਂ, ਪਹਿਲਾਂ ਪੜ੍ਹ ਲਓ। ਵਾਈਟ ਬੋਰਡ ਲੱਗਾ ਹੋਣਾ ਬਾਹਰ, ਉਹਤੇ ਕੀ ਲਿਖਿਆ ਹੋਇਆ, ਇਨਫੋਰਮੇਸ਼ਨ ਕੀ ਆ ਉਹਦੇ ਬਾਰੇ, ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਕੀ ਲੈ ਕੇ ਜਾ ਸਕਦੇ ਆ, ਕੀ ਨਹੀਂ ਲੈ ਕੇ ਜਾ ਸਕਦੇ। ਕਹਿੰਦੇ ਬਾਬਾ ਮੈਨੂੰ ਇਹ ਨਹੀਂ ਪਤਾ ਵੀ ਮੱਥਾ ਕਿਹਨੂੰ ਟੇਕਣਾ ਹੈ, ਮੰਦਿਰ ਜਾਓ ਪਤਾ ਹੈ, ਸ਼ਿਵਲਿੰਗ ਨੂੰ ਮੱਥਾ ਟੇਕਿਆ ਜਾਓ, ਧਾਰਮਿਕ ਥਾਵੇਂ ਜਾਵਾਂਗੇ, ਪਰ ਮੈਂ ਤੇ ਕਦੇ ਮੱਕੇ ਆਇਆ ਹੀ ਨਹੀਂ, ਮੈਨੂੰ ਇਹਦੇ ਬਾਰੇ ਥੋੜੀ ਜਾਣਕਾਰੀ ਤੇ ਦੇ ਦਿਓ ਨਾ, ਵੀ ਮੈਂ ਕਿਹੜੇ ਪਾਸੇ ਜਾਣਾ ਹੈ, ਪਹਿਲਾਂ ਕੀ ਕਰਨਾ ਹੈ, ਕੀ ਨਹੀਂ ਕਰਨਾ। ਮੱਕੇ 'ਚ ਕਿਹੜਾ ਇੱਕ ਚੀਜ਼ ਹੈ, ਜਿੱਥੇ ਇਬਰਾਹੀਮ ਬਹਿ ਕੇ ਨਮਾਜ਼ ਪੜ੍ਹਦੇ ਸੀ ਉਹ ਥਾਂ ਬਿਲਕੁਲ ਸਾਹਮਣੇ ਬਣਿਆ ਹੋਇਆ, ਤੇ ਜਿੱਥੇ ਕਾਬਾ ਸ਼ਰੀਫ ਬਣਿਆ, ਜਿਹਦੇ ਅੰਦਰ ਸੰਗ ਅਸਵਦ ਨਾਮ ਦਾ ਇੱਕ ਪਵਿੱਤਰ ਪੱਥਰ ਹੈ, ਜੋ ਅੱਜ ਵੀ ਕਾਬੇ ਦੇ ਸੱਜੇ ਪਾਸੇ ਕੰਧ ਦੇ ਵਿੱਚ ਚਾਂਦੀ ਦੇ ਬਰਤਨ ਵਿੱਚ ਰੱਖਿਆ ਹੋਇਆ ਸ਼ੀਸ਼ਾ, ਜਿਹਦੇ 8 ਟੁਕੜੇ ਹੋ ਚੁੱਕੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਆਪਣੇ ਆਪ ਹੀ ਭੇਦ ਆ ਜਾਣ, ਚੱਲੀ ਚੱਲ ਲੋਕਾਂ ਵਿੱਚ, ਜਿਵੇਂ ਦੁਨੀਆ ਜਾਏਗੀ ਉਵੇਂ ਤੂੰ ਜਾਣਾ ਏ। को तो अनीत सी वर्त पाजवान है। ਭਾਈ ਮਰਦਾਨਾ ਥੋੜੀ ਦੂਰੀ ਜਾ ਕੇ ਤੇ ਮੁੜੇ ਆਇਆ, ਕਹਿੰਦਾ ਬਾਬਾ ਮੈਨੂੰ ਕਹਿੰਦਾ ਥੋੜਾ ਜਿਹਾ ਟੇਢਾ ਜਿਹਾ ਕੰਮ ਲੱਗਦਾ, ਕਿਉਂਕਿ ਉਦੋਂ ਮੱਕੇ ਦੇ ਦਰਸ਼ਨ ਹੋਰ ਤਰੀਕੇ ਦੇ ਸੀ, ਅੱਜ ਹੋਰ ਤਰੀਕੇ। ਕੋਈ ਵੀ ਚੀਜ਼ ਸਟੇਬਲ ਨਹੀਂ ਰਹਿੰਦੀ, ਹਾਲਾਤ ਬਦਲਦੇ ਆ, ਸਰਕਾਰਾਂ ਬਦਲਦੀਆਂ ਨੇ, ਤੌਰ ਤਰੀਕੇ ਬਦਲਦੇ ਆ, ਹਰ ਧਾਰਮਿਕ ਸਥਾਨ ਦੇ ਬਹੁਤ ਕੁਝ ਬਦਲ ਜਾਂਦਾ ਹੈ, ਚੇਂਜ ਹੁੰਦਾ ਰਹਿੰਦਾ ਹੈ। ਪਰ ਉਹਨਾਂ ਸਮਿਆਂ ਦੀ ਮਰਿਆਦਾ ਬੜੀ ਟਫ ਸੀ, ਰਵਾਇਤ ਬੜੀ ਟਫ ਸੀ, ਔਖੀ ਸੀ। ਪ੍ਰਧਾਨਾ ਕਹਿੰਦਾ ਬਾਬਾ ਮੈਨੂੰ ਤੇ ਅਯੋਗ ਜਿਹਾ ਕੰਮ ਲੱਗਦਾ ਹੈ, ਮੈਂ ਕਦੇ ਕੀਤਾ ਹੀ ਨਹੀਂ, ਕਿਉਂਕਿ ਇਸਲਾਮ ਦੇ ਵਿੱਚ ਇੱਕ ਮਰਿਆਦਾ ਇਹ, ਜਦ ਵੀ ਕਿਸੇ ਨੇ ਮਸਜਿਦ ਜਾਣਾ ਹੈ, ਉਹਦੇ ਨੋਟ ਕਰਿਓ ਮੁਸਲਮਾਨ ਵੀਰਾਂ ਦੀਆਂ ਬਾਹਾਂ ਨਾ ਉਣੀਆਂ ਤੱਕ ਹੀ ਹੁੰਦੀਆਂ, ਉਹ ਫੁੱਲ ਸਲੀਵ ਨਹੀਂ ਪਾਉਂਦੇ, ਕਹਿੰਦੀ ਪੂਜੂ ਕਰਨਾ ਹੁੰਦਾ, ਮੁੱਖ ਧੋਂਦੇ ਆ, ਉਣੀਆਂ ਤੱਕ ਬਾਹਾਂ ਧੋਂਦੇ ਆ, ਗੋਟਿਆਂ ਤੱਕ ਪੈਰ ਧੋਂਦੇ ਆ, ਫੇਰ ਉਹ ਨਮਾਜ਼ ਪੜ੍ਹਦੇ ਆ। ਤੇ ਸਾਡੇ ਵਾਲਾ ਲਾਣਾ ਤੇ ਕਈ ਵਾਰ ਬਿਨਾਂ ਪੈਰ ਧੋਤੇ ਵੀ ਤਾਬਿਆ ਬਹਿ ਜਾਂਦਾ। ਸਾਡੀ ਕੌਮ ਦਾ ਤੇ ਆਹ ਹਾਲ ਹੈ, ਬੇਸ਼ੱਕ ਮਰਿਆਦਾ ਸਾਡੀ ਸਾਰਿਆਂ ਤੋਂ ਉੱਤਮ ਹੈ, ਪਰ ਆਪਣੇ ਕਲਯੁਗ ਦੀ ਫੇਰੀ ਜਾਂਦੇ ਹੈ। ਪਰ ਇਸਲਾਮ ਦਾ ਮੁਸਲਮਾਨ ਕਿਸੇ ਥਾਂ ਤੇ ਰਹਿੰਦਾ, ਦਿਹਾੜੀ ਕਰਦਾ ਹੋਵੇ, ਦਿਹਾੜੀ ਛੱਡ ਕੇ ਪਹਿਲਾਂ ਨਮਾਜ਼ ਪੜੂ 5 ਵੇਲੇ, ਪਕਾਇਓ। ਕਹਿੰਦੇ ਬਾਬਾ ਮੈਨੂੰ ਸਮਝ ਨਹੀਂ ਆਉਂਦੀ। ਗੁਰੂ ਸਾਹਿਬ ਕਹਿੰਦੇ ਕੋਈ ਨਹੀਂ ਬਦਾਨਿਆ, ਕੁਛ ਵੀ ਅਨੀਤ ਨਹੀਂ, ਕੁਛ ਵੀ ਅਯੋਗ ਨਹੀਂ, ਜੋ ਅਸੀਂ ਕੀਤਾ ਨਹੀਂ ਹੁੰਦਾ ਸਾਨੂੰ ਉਹ ਨਾ ਥੋੜਾ ਜਿਹਾ ਉਪਰਾ ਜਿਹਾ ਲੱਗਦਾ, ਔਕੜ ਜਿਹਾ ਫੀਲ ਹੁੰਦਾ ਵੀ ਅਸੀਂ ਨਹੀਂ ਕਰ ਸਕਦੇ, ਗਲਤ ਹੋ ਰਿਹਾ ਹੈ। ਉਹਨਾਂ ਦੇ ਦੇਸ਼ ਦੇ ਹਿਸਾਬ ਨਾਲ, ਧਰਮ ਦੇ ਮੁਤਾਬਕ ਤੇ ਠੀਕ ਹੈ, ਪਰ ਭਾਈ ਮਰਦਾਨਾ ਜੀ ਨੇ ਐਸਾ ਸਭ ਕੁਝ ਕਦੇ ਵੇਖਿਆ ਨਹੀਂ। देखो मत जाओ जैसो बन्यो है बनाओ जाको। बैन सुन चलियो मर्दाना उलसाई के। ਸਤਿਗੁਰੂ ਮੁਸਕਰਾ ਕੇ ਕਹਿੰਦੇ ਮਰਦਾਨਿਆ ਤੂੰ ਸਾਨੂੰ ਪੁੱਛੀ ਜਾਂਦਾ ਭਾਈ, ਤੂੰ ਵੇਖ ਕੇ ਆ ਤੇ ਸਾਨੂੰ ਦੱਸ ਆਗੇ ਕੀ ਕੁਛ ਆ। ਸੁਣ ਕੇ ਬਾਬਾ ਜੀ ਦੇ ਬਚਨ ਭਾਈ ਮਰਦਾਨਾ ਬੜਾ ਖੁਸ਼ ਹੋਇਆ, ਮੱਥਾ ਟੇਕਿਆ, ਕਹਿੰਦਾ ਬਾਬਾ ਜੁਗ ਜੁਗ ਜੀ ਵੇਲ ਵਧੇ। ਬੜੇ ਚਾਜ ਵੱਜਿਆ ਹੁੰਦਾ, ਪੈਰਾਂ 'ਚ ਜੋੜਾ ਲਾ ਲਿਆ। ਧਾਰਮਿਕ ਥਾਂ ਹੈ, ਦੇਖੋ ਧਾਰਮਿਕ ਥਾਂ ਭਾਵੇਂ ਮੰਦਰ ਹੈ, ਭਾਵੇਂ ਮਸਜਿਦ ਹੈ, ਕੋਸ਼ਿਸ਼ ਨਹੀਂ, ਪੱਕਾ ਯਕੀਨੀ ਬਣਾ ਲਓ। ਜਦ ਕਿਸੇ ਦੇ ਵੀ ਧਾਰਮਿਕ ਥਾਂ ਤੇ ਜਾਣਾ ਪਵੇ ਤੇ ਜੁੱਤੀ ਜੋੜਾ ਲਾ ਕੇ ਜਾਓ, ਇਹ ਨਹੀਂ ਵੀ ਕੋਈ ਮਸਜਿਦ ਦੀ ਤਾਲ ਹੈ ਮੈਂ ਤੇ ਪਾ ਕੇ ਖੜੂ, ਸਾਡਾ ਕੀ ਕਰ ਲੂ ਨਾ ਭਾਈ। ਸਤਿਕਾਰ ਚਾਹੇ ਗੀਤਾ ਫੜੋ, ਰਮਾਇਣ ਫੜੋ, ਕੁਰਾਨ ਸ਼ਰੀਫ ਫੜੋ, ਸਿਰ ਢਕੋ, ਬੇਸ਼ੱਕ ਉਹ ਧਰਮ ਵਾਲੇ ਢਕਣ ਨਾ ਢਕਣ, ਸਾਡਾ ਫਰਜ਼ ਹੈ ਅਸੀਂ ਸਭ ਦਾ ਸਤਿਕਾਰ। ਗੁਰੂ ਨਾਨਕ ਸਾਹਿਬ ਤੋਂ ਆਗਿਆ ਲੈ ਕੇ ਭਾਈ ਮਰਦਾਨਾ ਇਕੱਲੇ ਚੱਲ ਪਏ, ਜਿੱਥੇ ਬਹੁਤ ਵੱਡਾ ਮੁੱਖ ਦਰਵਾਜ਼ਾ, ਵੱਡਾ ਗੇਟ ਬਣਿਆ ਸੀ ਉੱਚਾ। ਉਧਰ ਨੂੰ ਆ ਕੇ ਕਿਉਂਕਿ
ਐਂਟਰੀ ਇੱਕੋ ਹੀ ਸੀ, ਐਗਜ਼ਿਟ ਦੋ ਸਨ। ਨਿਕਲਣਾ ਦੋ ਦਰਵਾਜ਼ਿਆਂ ਤੋਂ ਪੈਂਦਾ ਤੇ ਵੜਦੇ ਸਾਰੇ ਇੱਕੋ ਥਾਂ ਤੇ ਆ। ਹੁਣ ਅੰਦਰ ਜਾਣ ਤੋਂ ਪਹਿਲਾਂ ਚੈਕਿੰਗ ਹੁੰਦੀ ਸੀ। ਅੱਜ ਵੀ ਕਿਸੇ ਕਿਲੇ 'ਚ ਚਲੇ ਜਾਓ, ਕਿਸੇ ਹੈਰੀਟੇਜ ਚਲੇ ਜਾਓ, ਹਰ ਚੈਕਿੰਗ ਹੁੰਦੀ ਹੈ। ਕਿਸੇ ਧਾਰਮਿਕ ਸਿੱਖ ਧਰਮ ਦੇ ਅਸਥਾਨਾਂ ਨੂੰ ਛੱਡ ਕੇ, ਗੁਰੂ ਘਰਾਂ ਨੂੰ ਛੱਡ ਕੇ ਕਿਸੇ ਮੰਦਿਰ ਜਾਓ, ਕਿਸੇ ਮਸਜਿਦ ਚਲੇ ਜਾਓ, ਹਰ ਥਾਂ ਤੇ ਚੈਕਿੰਗ ਹੋਈ। ਚੈੱਕ ਪੁਆਇੰਟ ਬਣੇ ਹੁੰਦੇ ਆ, ਤਲਾਸ਼ੀ ਕਰਾ ਕੇ ਜਾਓ, ਕੁਛ ਲੈ ਕੇ ਤਾਂ ਨਹੀਂ ਚੱਲੇ। ਇੱਕ ਗੁਰੂ ਨਾਨਕ ਸਾਹਿਬ ਦਾ ਦਰ ਹੈ ਜਿੱਥੇ ਮੈਟਲ ਡਿਟੈਕਟਰ ਨਹੀਂ ਲੱਗਦੇ, ਜਿੱਥੇ ਕਦੇ ਪਰਖਿਆ ਨਹੀਂ ਜਾਂਦਾ ਤੇਰੀ ਜੇਬ 'ਚ ਕੀ ਹੈ, ਕਿਉਂਕਿ ਭਰੋਸਾ ਨਿਰੰਕਾਰ ਤੇ ਏਡਾ ਵੱਡਾ ਹੈ, ਏਡਾ ਵਿਸ਼ਵਾਸ ਹੈ ਕਿ ਕੋਈ ਵੀ ਮਾੜਾ ਕੰਮ ਨਹੀਂ ਕਰਨ ਜਾਂਦਾ। ਸਭ ਸ਼ਰਧਾ ਨਾਲ ਜਾਂਦੇ ਆ, ਆਸਥਾ ਨਾਲ ਜਾਂਦੇ, ਇੱਕਾ ਦੁੱਕਾ ਛੱਡ ਕੇ ਹਰ ਬੰਦਾ ਹੀ ਚੜ੍ਹਦੀ ਕਲਾ ਨਾਲ ਪਿਆਰ ਨਾਲ ਜਾਂਦਾ। ਭਾਈ ਮਰਦਾਨਾ ਨਾ ਜਦੋਂ ਲੋਕਾਂ ਦਾ ਇਕੱਠ ਵੇਖਿਆ, ਪਿੱਛੇ ਜੇ ਹੋ ਗਿਆ ਦਰਵਾਜ਼ੇ, ਵੀ ਇੱਥੇ ਤੇ ਜਿੰਨੇ ਜਾਂਦੇ ਆ 5 ਬੰਦੇ 10 ਬੰਦੇ ਨਾਲ ਉਹਨਾਂ ਦਾ ਹਾਜੀ ਹੁੰਦਾ ਹੈ। ਉਹ ਮੁਖੀਆ ਆਪਣਾ ਨਾਂ ਲਿਖਾਉਂਦਾ, ਫਲਾਣੇ ਦੇਸ਼ ਤੋਂ ਫਲਾਣੇ ਸ਼ਹਿਰ ਤੋਂ ਆਏ ਆ, ਇੰਨੇ ਜਣੇ ਆਏ ਆ, ਕਿ ਉਹਨਾਂ ਦਾ ਰੋਜ਼ ਦਾ ਕੰਮ ਹਰ ਸਾਲ ਆਉਂਦੇ ਆ। ਪਰ ਭਾਈ ਮਰਦਾਨਾ ਆਪਣੀ ਵਾਰੀ ਦੀ ਉਡੀਕ ਕਰਦਾ ਹੈ ਵੀ ਮੇਰਾ ਵੀ ਨੰਬਰ ਲੱਗੇ, ਮੈਂ ਵੀ ਮੁੱਖ ਦਰਵਾਜ਼ੇ ਤੇ ਜਾਵਾਂ। ਪਰ ਨਾ ਨੀਲੇ ਵਸਤਰ ਨੇ ਆਮ ਜੀ ਕੱਪੜੇ ਪਾਈ, ਬਾਬਾ ਜੀ ਵਰਗੀ ਸਿੱਧੇ ਸਾਦੇ ਜਿਹੇ ਕੱਪੜੇ, ਪਰ ਦੇਖਣ ਨੂੰ ਲੱਗਦਾ ਸੀ ਅੱਜ ਸਿਰ ਟੋਪੀ ਪਾਈ ਇਸਲਾਮ ਵਰਗੀ, ਕਿਉਂਕਿ ਉਹ ਇਸਲਾਮ ਦੇ ਲੋਕ ਨਾ ਸਿਰ ਤੇ ਪਗੜੀਆਂ ਬੰਨਦੇ ਸੀ। ਜੇ ਟੋਪੀ ਅੱਜ ਕੱਲ ਵਾਲੀਆਂ ਟੋਪੀਆਂ ਨਹੀਂ, ਕੁਲਹਾ ਕਹਿੰਦੇ ਉਹਨੂੰ, ਲੰਬੀ, ਨਾ ਦਸਤਾਰ ਨਾ ਟੋਪੀ, ਪਗੜੀ ਸਮਾਨ ਹੀ ਹੁੰਦੀ ਸੀ। ਭਾਈ ਮਰਦਾਨਾ ਜੀ ਮੁੱਖ ਦਰਵਾਜ਼ੇ ਤੇ ਖੜੇ ਵੇਖਿਆ, ਵੱਡੇ ਵੱਡੇ ਪਹਿਰੇਦਾਰ ਖੜੇ ਆ, ਤਿੱਖੇ ਵਰਸ਼ੇ ਹੱਥਾਂ ਵਿੱਚ ਹਨ। जब पोर कहाँ बैसे हैं मजोर, कहाँ यहाँ कर काज जो आगे कर जाए के। ਮੁੱਖ ਦਰਵਾਜ਼ਾ ਭਾਈ ਮਰਦਾਨਾ ਐਂਟਰ ਕਰਨ ਲੱਗੇ ਨਾ ਅੰਦਰ, ਉੱਥੇ ਖੜੇ ਸੀ ਮਜੌਰ। ਮਜੌਰ ਕਿਹਨੂੰ ਕਹਿੰਦੇ ਆ? ਇਸਲਾਮ ਦੇ ਵਿੱਚ ਅਰਬ ਦੀ ਬੋਲੀ 'ਚ ਕਹਿੰਦੇ ਆ ਦਰਵਾਜ਼ੇ ਦੇ ਦਰਬਾਨ 'ਚ ਸਿਕਿਉਰਿਟੀ ਗਾਰਡ। ਭਾਈ ਮਰਦਾਨਾ ਅੰਦਰ ਜਾਣ ਲੱਗੇ, ਰੋਕ ਲਿਆ, ਇਕੱਲਾ ਹੀ ਆ। ਕਹਿੰਦੇ ਕਿੱਥੇ ਚੱਲਾ ਹੈ? ਕਹਿੰਦਾ ਦਰਸ਼ਨ ਕਰਨਾ, ਮੱਥਾ ਟੇਕਣ। ਕਹਿੰਦੇ ਨਹੀਂ, ਜੋ ਕਰਨਾ ਇੱਥੇ ਕਰ, ਨਮਸਕਾਰ ਕਰ ਲੈ, ਮੱਥਾ ਟੇਕ ਲਾ, ਸਲਾਮ ਕਰ ਲਾ। ਕਿਉਂਕਿ ਇਸਲਾਮ ਦੇ ਵਿੱਚ ਇੱਕ ਬਹੁਤ ਵੱਡਾ ਗੁਣ ਹੈ, ਉਹ ਮੱਥਾ ਨਹੀਂ ਟੇਕਦੇ। ਕਦੇ ਕੋਈ ਸੱਚਾ ਮੁਸਲਮਾਨ ਕਬਰ ਨੂੰ ਮੱਥਾ ਨਹੀਂ ਟੇਕਦਾ ਤੇ ਸਾਡਾ ਸਿੱਖ ਛੱਡਦਾ ਹੀ ਕੁਛ ਨਹੀਂ। ਆਖੋ ਸਤਨਾਮ। ਅੱਜ ਇਹ ਹਾਲਾਤ ਸਾਡੇ ਸਿੱਖ ਲੋਕਾਂ ਦੇ ਹੋ ਗਏ, ਪੰਜਾਬੀਆਂ ਦੇ। ਕੋਈ ਕਬਰ ਆ ਜੇ ਗੱਡੀ ਜਾਂਦੀ, ਆਪੇ ਸਿਰ ਝੁਕ ਜਾਂਦਾ। ਕੋਈ ਧਾਰਮਿਕ ਥਾਂ ਜੇ ਆਦਤ ਪਈ ਗੁਰਦੁਆਰੇ ਵਾਲੀ, ਕਿਤੇ ਗੁੰਬਦ ਜਾ ਗਿਆ, ਆਪਣੇ ਆਪੇ ਸਿਰ ਹਿੱਲ ਜਾਣਾ ਥੱਲੇ ਨੂੰ, ਕਿਉਂਕਿ ਸਿਦਕ ਨਹੀਂ। ਮਰਦਾਨਾ ਕਹਿੰਦਾ ਮੈਂ ਦਰਸ਼ਨ ਕਰਨ ਜਾਣੇ। ਉਹ ਕਹਿੰਦੇ ਤੂੰ ਦਰਸ਼ਨ ਕਰ ਹੀ ਨਹੀਂ ਸਕਦਾ। ਕਹਿੰਦਾ ਜੀ ਮੈਂ ਮੁਸਲਮਾਨ ਆ, ਮੈਂ ਕੋਈ ਗੈਰ ਮੁਸਲਮਾਨ ਥੋੜੀ ਆ। ਮਜ਼ੌਰਾਂ ਨਾਲ ਭਾਈ ਮਰਦਾਨਾ ਕਿਹੜੀ ਬੋਲੀ 'ਚ ਗੱਲ ਕਰਦੇ ਹੋਣੇ? ਸੋਚੋ, ਐਵੇਂ ਥੋੜੀ ਆ, ਅਰਬੀ 'ਚ ਗੱਲ ਕਰਦੇ। ਗੁਰੂ ਨਾਨਕ ਸਾਹਿਬ ਦੇ ਸਾਥੀ ਨੇ, ਬ੍ਰਹਮ ਗਿਆਨੀ ਕਹਿੰਦੇ ਉਹਨੂੰ ਨੇ, ਜਿਹੜਾ ਕਿਸੇ ਭਾਸ਼ਾ ਦਾ ਮੁਤਾਜ ਨਹੀਂ। ਚੈੱਕ ਕਰੋ, ਕਿਸੇ ਬ੍ਰਹਮ ਗਿਆਨੀ ਨੂੰ ਫ੍ਰੈਂਚ ਆਉਂਦੀ ਹੈ, ਅਰਬੀ ਆਉਂਦੀ ਹੈ। ਅਰਬੀ ਸਿੱਖਣ ਨੂੰ 15-15 ਸਾਲ ਲੱਗ ਜਾਂਦੇ ਆ। ਤੇ ਅੱਜ ਕੱਲ ਵਾਲੇ ਬ੍ਰਹਮ ਗਿਆਨੀ ਮਾਫ ਕਰਿਓ, ਤੀਜੀ ਚੌਥੀ ਫੇਲ ਹੁੰਦੇ। ਆਖੋ ਸਤਨਾਮ। ਪੰਜਾਬੀ ਵੀ ਜੱਜ ਨਾਲ ਨਹੀਂ ਆਉਂਦੀ, ਹਿੰਦੀ ਵੀ ਨਹੀਂ ਆਉਂਦੀ। ਤੇ ਬ੍ਰਹਮ ਗਿਆਨੀ ਐਸਾ ਹੁੰਦਾ, ਮੁਕਤ ਹੁੰਦਾ ਇਹਨਾਂ ਚੀਜ਼ਾਂ ਤੋਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਭਾਈ ਬਾਲਾ ਮਰਦਾਨਾ ਬ੍ਰਹਮ ਗਿਆਨੀ ਜਿਹੜੇ ਦੇਸ਼ ਜਾਂਦੇ ਬੋਲੀ 'ਚ ਗੱਲ ਕਰਦੇ ਸੀ। ਅਰਬੀ 'ਚ ਗੱਲ ਕਰਦੇ ਆ। ਪੱਛਮ ਦੇ ਇਲਾਕੇ 'ਚ ਆਏ, ਉੱਥੋਂ ਦੀ ਬੋਲੀ 'ਚ ਬੋਲ ਰਹੇ ਆ। ਜਿੱਥੇ ਜਿੱਥੇ ਜਾਣਗੇ, ਜਦੋਂ ਮਰਜ਼ ਇਟਲੀ ਜਾਂਦੇ ਆ, ਰੋਮ ਦੇਸ਼, ਇਟਾਲੀਅਨ ਭਾਸ਼ਾ 'ਚ ਗੱਲ ਕਰਦੇ। ਸਪੇਨ ਦੀਆਂ ਜੇਲ੍ਹਾਂ 'ਚ ਜਾਂਦੇ ਆ, ਸਪੈਨਿਸ਼ ਵਿੱਚ ਗੱਲ ਕਰਦੇ ਆ। ਉੱਥੇ ਕਿਹਨੂੰ ਆਉਂਦੀ ਸੀ? ਪੰਜਾਬੀ। ਇਹਨੂੰ ਕਹਿੰਦੇ ਬ੍ਰਹਮ ਗਿਆਨ, ਮਤਲਬ ਉਹ ਕਿਸੇ ਭਾਸ਼ਾ ਦਾ ਮੁਤਾਜ ਨਹੀਂ ਹੈ। ਅਸੀਂ ਤੇ ਅਰਥੀ ਹੋਰ ਬਣਾਈ ਫਿਰਦੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਆ ਤੇ ਭਾਈ ਮਰਦਾਨਾ ਮੁੱਖ ਦਰਵਾਜ਼ੇ ਤੇ ਆਏ। ਮਜ਼ੌਰਾਂ ਨੇ ਰੋਕਿਆ ਹੋਇਆ ਏ। तुम हो तुर्क, मुको आगे क्यों ना जानते हो, दस परस हटिया सुख पाई के। ਭਾਈ ਮਰਦਾਨਾ ਕਹਿੰਦਾ ਮੈਂ ਤੁਰਕਾਂ, ਮੈਨੂੰ ਅੰਦਰ ਜਾਣ ਦਿਓ, ਮੈਂ ਸਪਰਸ਼ ਕਰਕੇ ਆऊं। ਕਿਉਂਕਿ ਅੱਜ ਵੀ ਇਸਲਾਮ ਦੇ ਵੀਰ ਜਦੋਂ ਮੱਕੇ ਜਾਂਦੇ ਆ ਨਾ ਕਾਬਾ ਸ਼ਰੀਫ ਤੇ ਉੱਥੇ ਚੁੰਮ ਕੇ ਆਉਂਦੇ ਆ। ਜੋ ਪੱਥਰ ਰੱਖਿਆ ਨਾ, ਜਿਹਨੂੰ ਸੰਗ ਅਸਮਦ ਬੋਲਦੇ ਆ,
ਕਾਬੇ ਨੂੰ ਚੁੰਮਦੇ ਆ। ਉਹ ਕਹਿੰਦੇ ਜਿਹਨੇ ਚੁੰਮ ਲਿਆ ਉਹਦਾ ਜੀਵਨ ਸਫਲ ਆ, ਇਹ ਮੁਕਤ ਹੈ, ਉਹਨਾਂ ਦੀ ਭਾਵਨਾ ਹੈ ਜੀ, ਧਰਮ ਤੇ ਸਾਰੇ ਚੰਗੇ ਆ। ਭਾਈ ਮਰਦਾਨਾ ਕਹਿੰਦਾ ਮੈਂ ਦਰਸ਼ਨ ਪਰਸ਼ਨ ਦੋਨੋਂ ਹੀ ਕਰਨੇ ਆ, ਅੱਖਾਂ ਨਾਲ ਦੇਖੂੰਗਾ, ਹੱਥਾਂ ਨਾਲ ਸਪਰਸ਼ ਕਰੂੰਗਾ, ਮੈਨੂੰ ਖੁਸ਼ੀ ਮਿਲੂਗੀ। ਉਹ ਕਹਿੰਦੇ ਤੂੰ ਜਾ ਹੀ ਨਹੀਂ ਸਕਦਾ, ਤੂੰ ਨਹੀਂ ਜਾ ਸਕਦਾ। ਹੁਣ ਕਾਬੇ 'ਚ ਵੜਨ ਦੀ ਐਂਟਰੀ ਕਿਹਨੂੰ ਆ ਜੀ? ਕੋਈ ਵੀ ਨਹੀਂ ਜਾ ਸਕਦਾ। ਮੱਕੇ ਕੋਈ ਵੀ ਜਾਵੇ, ਮੁਸਲਮਾਨ ਜਾਂਦੇ ਆ, ਮੁਸਲਮਾਨ ਵੀਰ ਭਾਵੇਂ ਹੱਜ ਕਰਦੇ ਆ, ਪਰ ਇਹ ਥੋੜਾ ਹੈ ਜੇ ਕੋਈ ਵੱਡਾ ਮੁੱਲਾ ਕਾਜੀ ਹਾਜੀ ਆ ਤੇ ਉਹਨੂੰ ਕਾਬਾ ਸ਼ਰੀਫ ਦੇ ਅੰਦਰ ਵਾੜਿਆ ਜਾਊ, ਕਦੇ ਵੀ ਨਹੀਂ। ਉਹਦੀਆਂ ਚਾਬੀਆਂ ਸ਼ਾਹੀ ਪਰਿਵਾਰ ਕੋਲ, ਜਿਹਨੂੰ ਚਾਹਣ ਉਹਨੂੰ ਅੰਦਰ ਲੈ ਕੇ ਜਾ ਸਕਦੇ ਆ, ਹਰ ਬੰਦਾ ਨਹੀਂ ਜਾ ਸਕਦਾ। ਵੈਸੇ ਵੀ 60 ਕਿਲੋਮੀਟਰ ਦੇ ਏਰੀਆ 'ਚ ਮੁਸਲਮਾਨ ਤੋਂ ਬਗੈਰ ਕੋਈ ਫੜਕ ਨਹੀਂ ਸਕਦਾ। ਗੁਰੂ ਪਾਤਸ਼ਾਹ ਦੇ ਬਚਨ ਭਾਈ ਮਰਦਾਨੇ ਨੂੰ ਯਾਦ ਨੇ ਵੀ ਸਤਿਗੁਰ ਕਹਿੰਦੇ ਅੰਦਰ ਵੇਖ ਕੇ ਆਈ ਤੇ ਸਾਨੂੰ ਦੱਸੀ, ਪਰ ਮਯੌਰ ਕਹਿੰਦੇ ਤੂੰ ਅੰਦਰ ਜਾ ਹੀ ਨਹੀਂ ਸਕਦਾ, ਕਿਉਂਕਿ ਭਾਈ ਮਰਦਾਨਾ ਵੇਖਣ ਦੀ ਜਿੱਦ ਕਰਦਾ ਹੈ। ਉਹਨਾਂ ਸਮੇਂ 'ਚ ਵੇਖਣ ਨਹੀਂ ਸੀ ਦਿੰਦੇ। ਜ਼ਿਆਦਾ ਹੋਰ ਸੀ, ਅੱਜ ਹੋਰ ਹੈ। 550 ਸਾਲ ਤੋਂ ਉੱਪਰ ਦਾ ਸਮਾਂ ਹੋਈ ਜਾਂਦਾ, ਕਿਉਂਕਿ ਹਰ ਇਲਾਕੇ ਹਰ ਸਟੇਟ ਦੀ ਭਾਵੇਂ ਉਹ ਸਰਕਾਰ ਹੋਵੇ, ਲੋਕ ਹੋਣ, ਰੀਤਾਂ ਤੇ ਰਿਵਾਜ ਹਮੇਸ਼ਾ ਬਦਲਦੇ ਰਹਿੰਦੇ। ਭਾਈ ਮਰਦਾਨਾ ਬਹਿਸ ਕਰੇ ਉਹਨਾਂ ਦੇ ਨਾਲ, ਕਹਿੰਦਾ ਮੈਂ ਇੰਨੀ ਦੂਰੋਂ ਹਿੰਦੁਸਤਾਨ ਤੋਂ ਚੱਲ ਕੇ ਆਇਆ, ਪੰਜਾਬ ਦੇਸ਼ ਤੋਂ, ਮੈਨੂੰ ਕਿਉਂ ਰੋਕਦੇ ਹੋ? ਦੇਖਣ ਰਜਾਏ ਨਹੀਂ ਹਮ ਹੁੰਦੇ ਜਾਏ ਤਾਂ ਆਖੇ ਤੋਂ ਬੰਦੇ ਘਰ ਬੰਦੇ ਸੀਸ ਨਾਇਕੇ। ਕਹਿੰਦੇ ਅਸੀਂ ਅੱਜ ਤੱਕ ਕਿਸੇ ਮੁਸਲਮਾਨ ਨੂੰ ਖੁੱਲੀਆਂ ਅੱਖਾਂ ਅੰਦਰ ਜਾਣ ਨਹੀਂ ਦਿੱਤਾ, ਪਰ ਅੱਜ ਇਹ ਰਵਾਇਤ ਨਹੀਂ। ਉਹਨਾਂ ਸਮਿਆਂ ਵਿੱਚ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਭੇਜਦੇ ਸੀ ਵੀ ਕਾਬੇ ਨੂੰ ਮੱਥਾ ਟੇਕ ਚੁੰਮ ਕੇ ਮੁੜਾਈ, ਵੇਖ ਨਹੀਂ ਸਕਦਾ। ਉਹ ਸਭ ਇਸ਼ਾਰਾ ਕਰਦੇ ਆ ਨਾ ਕਿ ਤੂੰ ਅੰਨਾ ਤੁਰਕੂ ਕਾਣਾ, ਕਾਣਾ ਕਿਹਨੂੰ ਕਹਿੰਦੇ ਆ? ਜਿਹਦੀ ਅੱਖ ਤੇ ਪੱਟੀ। ਤੂੰ ਤੇ ਗਿਆਨੀ ਸਿਆਣਾ, ਜਿਹਨੂੰ ਅੰਦਰ ਦਾ ਗਿਆਨ ਆ ਉਹ ਸਿਆਣਾ ਹੈ। ਭਾਈ ਮਰਦਾਨਾ ਕਹਿੰਦਾ ਨਹੀਂ ਭਾਈ, ਮੈਂ ਐਡੀ ਦੂਰੋਂ ਆਇਆ, ਪੱਟੀ ਬੰਨ ਕੇ ਕਿਉਂ ਜਾਵਾਂ ਅੰਦਰ? ਸਹੀ ਸੀ ਉਹਨਾਂ ਦੀ ਤਰਕ, ਮੈਂ ਜਾਊਂ ਤੇ ਅੱਖਾਂ ਖੁੱਲੀਆਂ ਜਾਊਂ। ਉਹ ਕਹਿੰਦੇ ਨਹੀਂ, ਕੋਈ ਜਾ ਹੀ ਨਹੀਂ ਸਕਦਾ। ਪਰ ਮਾਫ ਕਰਿਓ, ਅੱਜ ਇਹ ਮਰਿਆਦਾ ਨਹੀਂ ਹੈ ਕਾਬਾ ਸ਼ਰੀਫ ਵਿੱਚ। ਹੱਜ ਕਰਨ ਜਾਂਦੇ ਆ ਮੁਸਲਮਾਨ ਵੀਰ, ਖੁੱਲੀਆਂ ਅੱਖਾਂ ਦੇ ਨਾਲ ਸਾਰਾ ਕੁਝ ਵੇਖਦੇ ਆ। ਹੁਣ ਤੇ ਉਹਨਾਂ ਨੇ ਸੰਗ ਅਸਵਦ ਦਾ ਜੋ ਪੱਥਰ ਹੈ, ਪਵਿੱਤਰ ਪਾਕ ਪੱਥਰ, ਉਹਨੂੰ ਕੰਧ ਦੀ ਕਾਰਨਰ ਦੇ ਵਿੱਚ ਇੱਕ ਚਾਂਦੀ ਦੇ ਗੁੰਬਦ ਵਿੱਚ ਸ਼ੀਸ਼ਾ ਲਾ ਕੇ ਰੱਖਿਆ ਹੋਇਆ ਹੈ। ਇਹ ਉਹ ਪਾਵਨ ਪੱਥਰ ਹੈ ਜੋ ਕਦੇ ਮੁਹੰਮਦ ਸਾਹਿਬ ਜੀ ਦੇ ਵੇਲੇ ਮੰਨਿਆ ਜਾਂਦਾ ਜੰਨਤ ਤੋਂ ਆਇਆ, ਤੇ ਇਬਰਾਹੀਮ ਜੀ ਨੇ ਆਪਣੇ ਹੱਥੀ ਕਾਬਾ ਤਿਆਰ ਕਰਕੇ ਅੰਦਰ ਰੱਖਿਆ, ਉਹ ਪੱਥਰ ਹੈ। ਪਰ ਜਦੋਂ ਇਸਲਾਮਕ ਇਤਿਹਾਸ ਪੜ੍ਹਦੇ ਆ ਉਹ ਵੀ ਜ਼ਿਕਰ ਮਿਲਦਾ ਹੈ ਵੀ ਇਸ ਪੱਥਰ ਨੂੰ ਇੱਕ ਵਾਰ ਕਿਸੇ ਸਿਰ ਫਿਰੇ ਨੇ ਛੁਪਾ ਲਿਆ, ਤੇ ਜਦੋਂ ਉਹਦੇ ਤੋਂ ਰਿਕਵਰ ਕੀਤਾ ਗਿਆ ਨਾ, ਉਹਦੇ 8 ਤੋਂ 10 ਟੁਕੜੇ ਸੀ। ਅੱਜ ਵੀ ਕਾਬੇ ਵਿੱਚ ਪਏ ਸੰਗ ਅਸਵਦ ਦੇ 8 ਟੁਕੜੇ ਛੋਟੇ ਛੋਟੇ ਮਿਲਣਗੇ ਤੁਹਾਨੂੰ, ਪਰ 9ਵਾਂ 10ਵਾਂ 11ਵਾਂ ਤੇ 12ਵਾਂ ਟੁਕੜਾ ਅੱਜ ਤੱਕ ਨਸੀਬ ਨਹੀਂ ਹੋਇਆ। ਉਹ ਚੋਂ ਕੁਝ ਟੁਕੜੇ ਮਦੀਨੇ ਦੀ ਮਸਜਿਦ ਵਿੱਚ ਲੱਗੇ ਆ, ਇੱਕ ਇੱਕ ਕਰਕੇ। ਇੱਕ ਮੁਹੰਮਦ ਸਾਹਿਬ ਦੀ ਕਬਰ ਵਾਲੀ ਮਸਜਿਦ ਤੇ ਲੱਗੇ, ਮਕਬਰੇ ਤੇ ਲੱਗੇ। ਪਰ ਅੱਜ ਵੀ 8 ਦੇ 8 ਟੁਕੜੇ ਉਸੇ ਤਰ੍ਹਾਂ ਦਰਸ਼ਨਾਂ ਦੇ ਵਾਸਤੇ ਸ਼ੀਸ਼ੇ 'ਚ ਰੱਖੇ ਆ। ਦੇਖੋ ਤੁਹਾਨੂੰ ਉਹ ਮੁਸਲਮਾਨ ਕਿੰਨੇ ਸੌ ਸਾਲ ਪਹਿਲਾਂ ਦੀਆਂ ਚੀਜ਼ਾਂ, ਤੇ ਸਾਡੇ ਵਾਲੇ ਕੁਛ ਨਹੀਂ ਛੱਡਦੇ। ਗੁਰੂ ਸਾਹਿਬਾਂ ਨਾਲ ਜੁੜਿਆ ਪਾਸਾ ਬਲਡੋਜ਼ਰ ਬਾਬਿਆਂ ਜੋ ਸਾਹਮਣੇ ਆਇਆ ਸਾਰਾ ਕੁਛ ਢਾਤਾ। ਆਖੋ ਸਤਨਾਮ, ਕੱਖ ਵੀ ਨਹੀਂ ਛੱਡਿਆ। ਅੱਜ ਸਾਡੇ ਬੱਚੇ ਜਾ ਕੇ ਪੁੱਛਣਗੇ ਆ ਗੜੀ ਚਮਕੌਰ ਹੈ ਤੇ ਗੁਰਦੁਆਰੇ ਸੇਮ ਨੇ ਜੀ, ਇਹ ਤਾਂ ਸਾਨੂੰ ਕੀ ਪਤਾ ਇੱਥੇ ਜੰਗ ਹੋਇਆ ਕਿ ਨਹੀਂ ਹੋਇਆ। ਪੁਰਾਣਾ ਕੀ ਹੈ? ਠੰਡਾ ਬੁਰਜ ਕਿੰਨੇ ਕੁ ਸਾਲ ਪੁਰਾਣਾ ਏ? 350 400 ਸਾਲ ਕੀ ਹੁੰਦੇ ਆ? ਇੱਥੇ ਤੇ ਹਜ਼ਾਰਾਂ ਸਾਲਾਂ ਦੇ ਕਿਲੇ ਖੜੇ ਆ, ਲਾਲ ਕਿਲੇ ਵਰਗੇ। ਜਦੋਂ ਬੱਚੇ ਸਾਡੇ ਪੁੱਛਦੇ ਆ ਉਹ ਬੁਰਜ ਕਿੱਥੇ, ਉਹ ਡੁਪਲੀਕੇਟ ਸੀ, ਲਾਲ ਦੀਆਂ ਇੱਟਾਂ ਲਾ ਕੇ ਬਣਾਇਆ ਹੋਇਆ। ਆਉਣ ਵਾਲੇ 200 ਸਾਲਾਂ ਬਾਅਦ ਪੁੱਛੋ ਵੀ ਇਹ ਕੀ ਲੱਗੂਗਾ? ਫੇਕ ਨਹੀਂ ਲੱਗੂ, ਦਿਖਾਵਾ ਨਹੀਂ ਲੱਗੂਗਾ। ਬੱਚੇ ਕਹਿਣਗੇ ਝੂਠ ਬੋਲਦੇ, ਵੱਡੇ ਵੱਡੇ ਦਮਗੱਜੇ ਮਾਰਦੇ, ਇਹਨਾਂ ਕੋਲ ਹੈ ਕੀ ਹੈ? ਇਹਦਾ ਨੁਕਸਾਨ ਲੌਂਗ ਸੋਚ ਕੇ ਵੇਖਿਓ, ਆਉਣ ਵਾਲੀਆਂ ਪੁਸ਼ਤਾਂ ਨੂੰ ਕੀ ਹੋਣਾ। ਜਦ ਪੋਤੇ ਤੁਹਾਡੇ ਹੋਣਗੇ ਨਾ, ਪੜਪੋਤੇ ਵੱਡੇ, ਉਹ ਜਾ ਕੇ ਵੇਖਣਗੇ ਸਰਹੰਦ ਦੀ ਧਰਤੀ ਤੇ ਠੰਡਾ ਬੁਰਜ ਨਹੀਂ ਮਿਲਣਾ। ਚਮਕੌਰ ਦੀ ਗੜੀ ਵਿੱਚ ਜਾਣਗੇ ਤੇ ਕੱਚੀ ਗੜੀ ਨਹੀਂ ਮਿਲਣੀ। ਕੀ ਨਹੀਂ ਹੋ ਸਕਦਾ ਸੀ, ਸੰਭਾਲੇ ਜਾ ਸਕਦੇ ਸੀ। ਅੱਜ ਵੀ ਬੜੀਆਂ ਚੀਜ਼ਾਂ ਨੇ ਜੀ, ਬਾਬੇ ਆਦਮ ਵੇਲੇ ਦੀਆਂ ਚੀਜ਼ਾਂ ਲੋਕਾਂ ਸੰਭਾਲੀਆਂ, ਮੱਕੇ ਵਾਲਿਆਂ ਕੀਮਤੀ ਚੀਜ਼ਾਂ ਅੱਜ ਵੀ ਸੰਭਾਲੀਆਂ। ਮਹਾਤਮਾ ਬੁੱਧ ਜੀ ਦੇ ਵੇਲੇ ਜਿਸ ਰੁੱਖ ਥੱਲੇ ਉਹ ਬੈਠੇ ਸੀ, ਬੇਸ਼ੱਕ ਉਹ ਰੁੱਖ ਸੁੱਕ ਗਿਆ ਸੀ, ਪਰ ਉਹਨਾਂ ਨੇ ਉਸੇ ਰੁੱਖ ਤੋਂ ਟ੍ਰੀਟਮੈਂਟ ਕਰਕੇ ਅੱਗੇ ਪਲਾਂਟ ਲਾਤਾ ਵੱਡਾ। ਨਿਸ਼ਾਨੀ ਤੇ ਰੱਖੀ ਹੈ ਨਾ, ਅਸੀਂ ਕੀ ਸੰਭਾਲਿਆ।
ਅਸੀਂ ਸਿੱਖੀ ਨਹੀਂ ਸੰਭਾਲ ਸਕਦੇ ਤੇ ਵਿਰਸਾ ਕਿੱਥੋਂ ਸੰਭਾਲਾਂਗੇ? ਆਖੋ ਸਤਨਾਮ। ਆਹ ਹਾਲਤ ਅੱਜ ਸਾਡੀ ਤਰਸੋਂ ਦਾ ਹੋਇਆ। ਹੁਣ ਉਹ ਸੰਗ ਅਸਬਦ ਸੰਭਾਲ ਕੇ ਰੱਖਿਆ, ਪਰ ਜਦੋਂ ਸਮਾਂ ਸੀ ਨਾ ਕਾਬੇ ਉੱਤੇ ਕਹਿੰਦੇ ਛੱਤ ਪਾਉਣੀ। ਇਬਰਾਹਿਮ ਜੀ ਵੇਲੇ ਕਾਬੇ ਤੇ ਛੱਤ ਨਹੀਂ ਸੀ, ਉਹਦੀ ਚਾਰ ਦੀਵਾਰੀ ਸੀ, ਪਰ ਜਦੋਂ ਕੰਧ ਪੂਰੀ ਨਾ ਹੋਈ ਉਹਨਾਂ ਉੱਥੇ ਛੱਡ ਦਿੱਤੀ। ਅੱਜ ਵੀ ਉਹ ਥਾਂ ਗੋਲ ਸ਼ੇਪ ਵਿੱਚ ਬਣੀ ਹੋਈ ਹੈ। ਕਾਬਾ ਸ਼ਰੀਫ ਤੋਂ ਬਾਹਰ ਉੱਥੇ ਬਹਿ ਕੇ ਕੋਈ ਨਮਾਜ਼ ਨਹੀਂ ਪੜ੍ਹਦਾ, ਉਹਨੂੰ ਨਮਸਕਾਰ ਦੂਰੋਂ ਹੁੰਦੀ ਹੈ। ਹੁਣ ਜਦੋਂ ਛੱਤ ਪਾਉਣ ਦਾ ਦੌਰ ਆਇਆ 1993-92 ਦੇ ਵਿੱਚ, ਅੰਦਾਜ਼ਾ ਉੱਥੋਂ ਦੀ ਸਰਕਾਰ ਨੇ ਸ਼ਰਤ ਰੱਖੀ ਵੀ ਇਹ ਨੇਕ ਕਮਾਈ, ਕਿਰਤ ਕਮਾਈ ਹੱਕ ਪਸੀਨੇ ਦੇ ਵਿੱਚੋਂ ਪਾਈ ਜਾਏਗੀ, ਭਾਵੇਂ ਹਰ ਜਾ। ਉਹਨਾਂ ਕੋਲ ਮਾਇਆ ਦੀ ਕਮੀ ਹੈ। ਜਿਹੜੇ ਬੁਰਜ ਖਲੀਫੇ ਵਰਗੇ ਬਣਾ ਸਕਦੇ ਉਹਨਾਂ ਨੂੰ ਕਾਹਦੀ ਕਮੀ ਹੈ? ਕਹਿੰਦੇ ਨੇਕ ਮਾਇਆ। ਬਣਾਉਂਦੇ ਬਣਾਉਂਦੇ ਨਾ ਜਦੋਂ ਸਮਾਂ ਆਇਆ ਸੀ ਕਹਿੰਦੇ ਕੰਧਾਂ ਤੇ ਹੋ ਗਈਆਂ, ਛੱਤ ਨਾ ਬਣੀ। ਫਿਰ 1993 ਦੇ ਵਿੱਚ ਉਹ ਛੱਤ ਬਣਾਈ ਗਈ। ਕਾਬਾ ਸ਼ਰੀਫ ਜਿੰਨਾ ਕੁ ਬਣਿਆ ਉਹਨਾਂ ਕੀ ਬਣਾ ਕੇ ਰੱਖਿਆ ਉਹਨਾਂ ਨੇ। ਨੇਕ ਕਮਾਈ ਇਕੱਠੀ ਕਰਦੇ ਆ, ਕਹਿੰਦੇ ਉਹਨਾਂ ਨੂੰ ਸਾਲਾਂ ਬੱਧੀ ਸਮਾਂ ਲੱਗ ਗਿਆ। ਉਹ ਕਹਿੰਦੇ ਸੀ ਵੀ ਉਹ ਮੁਸਲਮਾਨ ਆ ਕੇ ਆਪਣੀ ਕਮਾਈ ਪਾਵੇ ਜਿਹਦੀ ਹੱਕ ਤੇ ਸੱਚ ਦੀ ਹੋਵੇ। ਚਾਦਰ ਬੁਲਾਰ ਕੇ ਖੜੇ, ਉਹ ਚਾਦਰ ਵਿੱਚ ਗਿਣਤੀ ਦੇ ਉੱਥੋਂ ਦੇ ਪੈਸੇ ਪਏ, ਗਿਣਤੀ ਦੇ। ਉਹ ਕਹਿੰਦੇ ਨਹੀਂ, ਸਾਡੀ ਕਮਾਈ ਚ ਪਾਪ ਹੈ, ਸਾਡੀ ਕਮਾਈ ਚ ਠੱਗੀ ਹੈ, ਅਸੀਂ ਇੱਕ ਪਵਿੱਤਰ ਮਾਇਆ ਹੀ ਦੇ ਸਕਦੇ ਆ। ਉਹ ਗਿਣਤੀ ਚ ਨਿਕਲੀ ਸੀ ਥੋੜੀ, ਤੇ ਉਹ ਕਾਬਾ ਸ਼ਰੀਫ ਬੜੇ ਸੋਹਣੇ ਤਰੀਕੇ ਨਾਲ ਤਿਆਰ ਕੀਤਾ, ਚਾਦਰ ਨਾਲ ਢੱਕਿਆ। ਅੱਜ ਵੀ ਇਸਲਾਮ ਦੇ ਵੀਰ ਦਰਸ਼ਨ ਦੀਦਾਰ ਕਰਦੇ ਆ, ਕਿਉਂਕਿ ਸਿੱਖਾਂ ਦਾ ਵੀ ਮੱਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਹਰ ਧਰਮ ਦਾ ਅਸਥਾਨ ਪਵਿੱਤਰ ਹੁੰਦਾ ਹੈ, ਪਾਕ ਹੁੰਦਾ ਹੈ। ਭਾਈ ਮਰਦਾਨਾ ਕਹਿੰਦਾ ਮੈਂ ਤੇ ਵੇਖਣ ਆਇਆ, ਮੈਨੂੰ ਅੰਦਰ ਵੇਖਣ ਦਿਓ। ਤੁਸੀਂ ਵੇਖਣ ਕਿਉਂ ਨਹੀਂ ਦਿੰਦੇ? ਉਹ ਕਹਿੰਦੇ ਨਹੀਂ, ਅੱਖਾਂ ਤੇ ਪੱਟੀ ਬੰਨ ਕੇ ਜਾਣਾ ਪੈਣਾ, ਕਾਲੀ ਪੱਟੀ। ਮੁਜ਼ਾਹਰ ਬੰਨਦੇ ਸੀ ਵੀ ਅੰਦਰ ਦਾ ਕੋਈ ਭੇਦ ਨਾ ਜਾਣੇ, ਹੈ ਕੀ ਹੈ, ਕਾਰਨ ਕੀ ਹੈ। ਕੱਲ ਦੀ ਕਥਾ ਜਾਂ ਆਪਾਂ ਨੂੰ ਸਾਰਾ ਕੁਝ ਸਾਹਮਣੇ ਆ ਜਾਣਾ ਵੀ ਹੈ ਕੀ ਸੀ, ਕੀ ਮੰਨਿਆ ਜਾਂਦਾ ਹੈ, ਕੀ ਨਹੀਂ ਹੈ, ਕੀ ਗਲਤ ਬਣਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਬੈਠੇ ਕਹਿੰਦੇ ਬਾਲਿਆ ਮੈਨੂੰ ਲੱਗਦਾ ਹੈ ਮਰਦਾਨਾ ਮੁੜ ਕੇ ਆਊਗਾ। ਆਖੋ ਸਤਨਾਮ। ਕਿਉਂਕਿ ਭਾਈ ਮਰਦਾਨਾ ਖੇਪੜ ਗਿਆ ਉਹਨਾਂ ਨਾਲ, ਕਹਿੰਦਾ ਮੈਂ ਜਾਊਂ ਅੰਦਰ, ਏਡੀ ਦੂਰੋਂ ਆਇਆ, ਝੱਲੇ ਥੋੜੀ ਅਸੀਂ ਏਡੀ ਦੂਰੋਂ ਆਏ, ਤੁਸੀਂ ਵੜਨ ਨਹੀਂ ਦਿੰਦੇ। ਉਹ ਕਹਿੰਦੇ ਭਾਈ ਸਾਹਿਬ ਮਰਿਆਦਾ ਹੀ ਨਹੀਂ ਅੰਦਰ ਜਾਣ ਦੀ, ਅੱਖਾਂ ਖੁੱਲੀਆਂ ਨਾ। ਤੁਸੀਂ ਉਸ ਪਾਵਨ ਪੱਥਰ ਨੂੰ ਸਪਰਸ਼ ਕਰ ਸਕਦੇ, ਬੋਸਾ ਦੇ ਸਕਦੇ, ਚੁੰਮ ਸਕਦੇ ਹੋ, ਜਿਸ ਪੱਥਰ ਨੂੰ ਇਬਰਾਹੀਮ ਪੈਗੰਬਰ ਨੇ ਚੁੰਮਿਆ ਸੀ। ਉਹ ਪੱਥਰ ਕਦੇ ਚੱਟਾ ਸੀ ਸੰਗ ਅਸਵਦ ਦਾ, ਅੱਜ ਉਹ ਸ਼ਾਹ ਕਾਲਾ ਏ। ਇਸਲਾਮ ਦੇ ਵਿੱਚ ਮਨੌਤ ਹੈ ਵੀ ਲੋਕਾਂ ਨੇ ਚੁੰਮ ਚੁੰਮ ਕੇ ਕਾਲਾ ਕਰਤਾ, ਲੋਕਾਂ ਦੇ ਗੁਨਾਹਾਂ ਕਰਕੇ, ਪਾਪਾਂ ਕਰਕੇ ਕਾਲਾ। ਤੇ ਉਹਨਾਂ ਦੀ ਮੰਨਤ ਹੈ, ਆਪਣੇ ਵੱਲੋਂ ਕੋਈ ਇਹਦੇ ਤੇ ਉਂਗਲ ਨਹੀਂ, ਕੋਈ ਇਸ਼ਾਰਾ ਨਹੀਂ, ਕੋਈ ਤਰਕ ਨਹੀਂ, ਕਿਉਂਕਿ ਹਰ ਧਰਮ ਦੇ ਵਿੱਚ ਆਪਣੀ ਆਪਣੀ ਮਨੌਤ ਹੈ। ਭਾਈ ਮਰਦਾਨਾ ਤੇ ਕਹਿੰਦਾ ਜੀ ਆਪਾਂ ਤੇ ਵੇਖਾਂਗੇ, ਕਹਿੰਦੇ ਬਾਹਰ ਜਾਂਦਾ, ਉਹਨਾਂ ਅੰਦਰ ਵੜਨ ਦਿੱਤਾ ਨਾ। ਐਸੀ ਸੁਣ ਭੈਣ ਮੁਰ ਜਾਨੋ, ਹਟਿਆ ਓ ਠੀਕ ਗੁਰੂ ਮੁਸਕਾਨੇ। ਭਾਈ ਮਰਦਾਨਾ ਜੀ ਚੁੱਪ ਚਪੀਤਾ ਮੁਰਝਾਇਆ ਜਾ ਉੱਥੋਂ ਗਿਆ ਤੇ ਬੜੀ ਖੁਸ਼ੀ ਨਾਲ ਸੀ। ਉਦਾਸ ਜਾ ਕੇ ਮਰਜ ਗੁੜਾ ਗਿਆ, ਸਤਿਗੁਰ ਹੱਸੀ ਜਾਣ ਵੇਖ ਕੇ ਕਹਿੰਦੇ ਆ ਗਿਆ, ਕਰ ਆਇਆ ਦਰਸ਼ਨ। ਚੁੱਪ ਜਾਓ ਕੇ ਬਹਿ ਗਿਆ, ਮਨ ਟੁੱਟ ਗਿਆ ਵੀ ਐਡੀ ਦੂਰੋਂ ਪੰਜਾਬ ਦੇਸ਼ ਤੋਂ ਆਏ, ਪਹਿਲਾਂ ਤੇ ਸਾਨੂੰ ਹਾਜੀ ਛੱਡ ਗਏ ਸੀ, ਜੇ ਪਹੁੰਚੇ ਆ ਚੰਗੇ ਪ੍ਰਬੰਧਕ ਨੇ ਅੰਦਰ ਵੜਨ ਹੀ ਨਹੀਂ ਦਿੰਦੇ, ਕਹਿੰਦੇ ਜਾਏਗਾ ਤੇ ਪੱਟੀ ਬੰਨ ਕੇ। ਮੈਂ ਫਿਰ ਕਹਿੰਦਾ ਅੱਜ ਪੱਟੀ ਬੰਨਣ ਵਾਲਾ ਕੋਈ ਦੌਰ ਨਹੀਂ ਆ, ਹੋ ਸਕਦਾ ਉਸ ਸਮੇਂ ਵਿੱਚ ਹੋਵੇ, ਉਦੋਂ ਰਵਾਇਤ ਹੋ। ਕਹਿੰਦਾ ਬਾਬਾ ਜੇ ਮੈਂ ਵੇਖਣਾ ਤੇ ਖੁੱਲੀਆਂ ਅੱਖਾਂ ਨਾਲ ਵੇਖਣਾ, ਪੱਟੀ ਬੰਨ ਕੇ ਮੈਂ ਅੰਦਰ ਜਾਣਾ ਹੀ ਨਹੀਂ। ਹੈ ਨਹੀਂ ਜਾਣਦੇ ਕੈਸੇ ਦੇਖੋ ਜਾਏ ਤਹਾਂ, ਜਾਏ ਜੇ ਮਨੋਬ ਜੋਰ ਨੈਣ ਬੰਦੇ ਢੀਠ ਹਨ ਕੋ। ਸਾਹਿਬ ਕਹਿੰਦੇ ਤੂੰ ਕੀ ਆਖਿਆ ਸੀ ਮਰਦਾਨਿਆ? ਕਹਿੰਦੇ ਬਾਬਾ ਮੈਂ ਕਹਿਤਾ ਵੀ ਮੈਂ ਮੁਸਲਮਾਨ ਆ। ਕਹਿੰਦੇ ਜੋ ਮਰਜ਼ੀ ਹੋਵੇ, ਭਾਵੇਂ ਪੈਗੰਬਰ ਵੀ ਹੋਵੇ, ਤੂੰ ਖੁੱਲੀਆਂ ਅੱਖਾਂ ਨਾਲ ਨਹੀਂ ਜਾ ਸਕਦਾ। ਮੈਂ ਬੜੀਆਂ ਮਿੰਨਤਾਂ ਤਰਲੇ ਕੀਤੇ ਬਾਬਾ, ਮਜ਼ਾਰ ਵੜਨ ਹੀ ਨਹੀਂ ਦਿੰਦੇ, ਖਾਲੀ ਮੋੜਤਾ ਮੈਨੂੰ। ਕਹਿੰਦੇ ਪੱਟੀ ਬੰਨ ਅੰਦਰ ਜਾਂਦੀ, ਬਾਹਰ ਜਾ। ਕਹਿੰਦੇ ਬਾਬਾ ਜੀ ਕੋਈ ਗੱਲ ਤਾਂ ਨਾ ਬਣੀ ਹੈ, ਤੁਸੀਂ ਕਰੋ ਕੁਛ। ਹੱਸ ਕੇ ਮਰਦ ਕਹਿੰਦੇ ਅਸੀਂ ਕੀ ਕਰ ਸਕਦੇ ਹਾਂ ਭਾਈ, ਰਵਾਇਤ ਉਹਨਾਂ ਦੀ ਹੈ, ਮਰਿਆਦਾ ਉਹਨਾਂ ਦੀ ਹੈ, ਸਾਡੇ ਤੋਂ ਕੀ ਹੋਣਾ ਏ। ਸੰਗ ਤੁਮ ਆਏ ਬਿਨਾ ਦੇਖੇ ਜਾਵੇਂ ਤਪ, ਰਹੇ ਪਛਤਾਵੋ ਭੇਦ ਹੋਈ ਨਲ ਖਾਣ ਕੋ। ਮਰਦ ਕਹਿੰਦੇ ਠੀਕ ਹੈ, ਮੰਨਣੀ ਚਾਹੀਦੀ ਹੈ, ਜੇ ਰੋਕਦੇ ਪਰ ਆਪਾਂ ਮੁੜ ਚੱਲਦੇ ਆ। ਕਹਿੰਦਾ ਬਾਬਾ ਜੀ ਹੱਦ ਹੋ ਗਈ, ਐਡੀ ਦੂਰੋਂ ਮੈਂ ਤੁਹਾਡੇ ਨਾਲ ਆਇਆ ਹੋਵਾਂ ਤੇ
ਦਰਸ਼ਨ ਨਾ ਕਰਾਂ ਤੇ ਪਛਤਾਵਾ ਨਹੀਂ, ਮਾੜੀ ਗੱਲ। ਦਰਸ਼ਨ ਕਰਾਓ। ਤੁਸੀਂ ਮੰਨ ਲਓ ਅੰਮ੍ਰਿਤਸਰ ਸਾਹਿਬ ਕੋਈ ਕੰਮ ਗਏ ਹੋ, ਬੱਸ ਸਟੈਂਡ ਤੋਂ ਹੀ ਮੁੜ ਕੇ ਆ ਜਾਓ ਤੇ ਮਨ ਚ ਪਛਤਾਵਾ ਰਹੂਗੀ, ਐਡੀ ਦੂਰੋਂ ਆਏ ਵੀ ਤੇ ਸੱਚਖੰਡ ਸਾਹਿਬ ਦੀਦਾਰ ਹੀ ਨਾ ਕੀਤੇ। ਜਿਹੜਾ ਪ੍ਰੇਮ ਕਰਨ ਵਾਲਾ ਉਹਨੂੰ ਪਛਤਾਵਾ, ਜਿਹੜਾ ਨਹੀਂ ਕਰਦਾ ਉਹ ਤੇ ਰੋਜ਼ ਗੱਡੀ ਤੇ ਘੁੰਮ ਵੀ ਆਉਂਦਾ, ਕਹਿੰਦਾ ਫਿਰ ਕੀ ਇੱਕੋ ਗੱਲ ਆ, ਬੜੀ ਵਾਰ ਵੇਖ ਲਿਆ। ਉਹ ਵੇਖਣ ਦੀ ਗੱਲ ਕਰਦੇ ਆ। ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਪਛਤਾਵਾ ਹੋਊਗਾ ਵੀ ਮੱਕੇ ਵੀ ਗਏ, ਅਰਬ ਵੀ ਗਏ, ਕਾਬਾ ਸ਼ਰੀਫ ਵੇਖਿਆ ਹੀ ਨਹੀਂ। ਫਿਰ ਕਬ ਦੇਖੂੰ ਜੇ ਨਾ ਅਬ ਦੇਖਿਓ ਜਾਏ, ਰੱਬ ਮੋਕੋ ਦਿਖਰਾਏ ਹੁਣ ਕੀਜੇ ਪ੍ਰਸਥਾਨ ਕੋ। ਖੇੜੇ ਪੈ ਗਿਆ ਭਾਈ ਮਰਦਾਨਾ, ਬਾਬਾ ਜੇ ਹੁਣ ਨਾ ਵੇਖਿਆ ਕਦ ਵੇਖਾਂਗੇ, ਪਤਾ ਨਹੀਂ ਜ਼ਿੰਦਗੀ ਰਹਿਣੀ ਕਿ ਨਹੀਂ ਰਹਿਣੀ, ਇੰਨੇ ਖਤਰਿਆਂ ਚ ਆਪਾਂ ਜਾਂਦੇ ਆ, ਬਚਣਾ ਪਤਾ ਨਹੀਂ ਕੀ ਪਤਾ ਇਸ ਧਰਤੀ ਤੇ ਦੁਬਾਰਾ ਆਈਏ, ਇਧਰਲੇ ਪਾਸੇ ਨਾ ਆਈਏ, ਮੈਨੂੰ ਦਿਖਾਓ। ਜਿਵੇਂ ਇੱਕ ਬੱਚਾ ਜਿੱਦ ਕਰਦਾ ਨਾ, ਭਾਈ ਮਰਦਾਨਾ ਕਹਿੰਦਾ ਬਾਬਾ ਤੁਸੀਂ ਵਿਖਾ ਸਕਦੇ ਹੋ। ਮਰਦ ਜਾਣ ਕੇ ਆਖਣਗੇ ਜੇ ਅਸੀਂ ਕਿਵੇਂ ਵਿਖਾ ਦਈਏ, ਸਾਡੇ ਕੋਲ ਕਿਹੜਾ ਪ੍ਰਬੰਧ ਹੈ ਮਰਦਾਨਿਆ, ਤੇਰੇ ਨਾਲ ਹੀ ਤੇ ਆਏ ਆ। ਕਹਿੰਦਾ ਨਹੀਂ ਬਾਬਾ ਤੁਸੀਂ ਕੁਛ ਵੀ ਕਰ ਸਕਦੇ। ਗੁਰੂ ਸਾਹਿਬ ਨੂੰ ਬਾਬਾ ਸ਼ਬਦ ਕਹਿ ਕੇ ਬੁਲਾਉਂਦੇ ਸੀ ਸਾਰੀ ਜ਼ਿੰਦਗੀ। ਭਾਈ ਬਾਬਾ ਵਿਖਾ ਦਿਓ ਮੈਨੂੰ, ਐਵੇਂ ਮੈਨੂੰ ਮੁਰਝਾਓ ਨਾ, ਉਦਾਸ ਨਾ ਕਰੋ, ਮੇਰਾ ਮਨ ਦੁਖੀ ਹੋਏਗਾ। ਦੇਖਣ ਚਾਹੇ ਵਿਸ਼ਾਲ ਇਤੀ ਤੁਝ, ਜਾਏ ਪਿੱਖੋ ਅਬ ਕੇ ਮਰਦਾਨਾ। ਗੁਰੂ ਸਾਹਿਬ ਹੱਸ ਕੇ ਕਹਿੰਦੇ ਚੰਗਾ ਫਿਰ ਜੇ ਇੰਨੀ ਜਿੱਦ ਕਰਦਾ ਨਾ, ਚੁੱਪ ਕਰਕੇ ਲੰਘ ਜਾ ਅੰਦਰ। ਕਹਿੰਦੇ ਬਾਬਾ ਜੀ ਰੋਕ ਲੈ। ਹੱਸ ਕੇ ਮਰਦ ਕਹਿੰਦੇ ਉਹ ਤੇਰੀਆਂ ਅੱਖਾਂ ਤੇ ਪੱਟੀ ਬੰਨਣ ਨੂੰ ਫਿਰਦੇ, ਹੁਣ ਤੂੰ ਬੰਨ ਜਾ। ਆਖੋ ਸਤਨਾਮ, ਤੈਨੂੰ ਕੌਣ ਵੇਖੂਗਾ। ਭਰੋਸਾ ਕਿੱਡਾ ਵੱਡਾ ਹੈ ਗੁਰੂ ਸਾਹਿਬ ਦੇ ਬਚਨਾਂ ਤੇ। ਭਾਈ ਮਰਦਾਨੇ ਨੂੰ ਧੰਨੋ ਗੁਰੂ ਕਾ ਸਿੱਖ। ਮਰਦ ਕਹਿੰਦੇ ਮਰਜ਼ੀ ਨਾ ਵੇਖਿਆ, ਜਿਹੜੀ ਚੀਜ਼ ਨੂੰ ਹੱਥ ਲਾਉਣਾ ਹੱਥ ਲਾਇਆ, ਟੱਚ ਕਰਨਾ ਟੱਚ ਕਰਿਆ, ਪਰ ਉੱਥੋਂ ਦੀ ਮਰਿਆਦਾ ਨਹੀਂ ਆਪਾਂ ਤੋੜਨੀ, ਕਿਉਂਕਿ ਉੱਥੇ ਗੈਰ ਮੁਸਲਿਮ ਨਹੀਂ ਜਾਂਦਾ। ਤੂੰ ਮੁਸਲਮਾਨ ਜਾਂ ਮਰਦਾਨੇ ਤੂੰ ਵੀ ਕਿਹੜਾ ਰੋਜ਼ ਕਹਿੰਦਾ, ਮਨ ਲਾ ਕੇ ਰੀਝ ਲਾ ਕੇ ਅੰਦਰ ਘੁੰਮ ਫਿਰ ਕੇ ਆ ਜਾ। ਦੇਖ ਸਕੇ ਨਾ ਮੁਜਾਵਰ ਤੋਹੀ ਕੋ, ਅੰਤਰ ਜਾਹੋ ਨਿਸੰਕ ਸੁਜਾਨਾ। ਭਾਈ ਮਰਦਾਨਾ ਫੇਰ ਪੁੱਛਦਾ ਤੁਰਨ ਲੱਗਿਆ, ਕਹਿੰਦਾ ਬਾਬਾ ਜੀ ਉਹਨਾਂ ਨੇ ਰੋਕ ਲਿਆ ਜਿਹੜੇ ਖੜੇ ਮਜੌਰ। ਪਰ ਕਿਤੇ ਰੋਕਣਗੇ ਤਾਂ ਜੇ ਤੂੰ ਕਿਸੇ ਨੂੰ ਦਿਸੇਗਾ। ਆਖੋ ਸਤਨਾਮ, ਤੂੰ ਤੇ ਦਿਸਣਾ ਹੀ ਨਹੀਂ, ਇਨਵਿਜ਼ੀਬਲ ਹੋ ਜਾਣਾ, ਨਜ਼ਰ ਹੀ ਨਹੀਂ ਆਉਣਾ ਕਿਸੇ ਨੂੰ। ਖੁਸ਼ ਹੋ ਗਿਆ ਭਾਈ ਮਰਦਾਨਾ, ਲੈ ਪਹਿਲਾਂ ਤੇ ਚੈੱਕ ਕਰਕੇ ਦੇਖਦੇ ਵੀ ਆਪਾਂ ਨੂੰ ਰੋਕਦਾ। ਜੇ ਰੋਕਿਆ ਨਾ ਕਿਸੇ ਨੇ, ਫਿਰ ਆਪਾਂ ਕਾਬੇ ਦੇ ਅੰਦਰ ਜਾ ਕੇ ਵੇਖਿਆ ਵੀ ਉਹ ਕਿਹੜੀ ਪਾਵਨ ਚੀਜ਼ ਹੈ। ਕਿਉਂਕਿ ਅੱਗੇ ਸੰਗ ਅਸਵਦ ਅੱਜ ਤੋਂ 50 ਸਾਲ ਪਹਿਲਾਂ ਕਾਬੇ ਦੇ ਅੰਦਰ ਹੁੰਦੇ ਸੀ, ਦੀਦਾਰ ਨਹੀਂ ਸੀ ਹੁੰਦੇ। ਹੁਣ ਜਦੋਂ ਲੋਕਾਂ ਦੀ ਡਿਮਾਂਡ ਇੰਨੀ ਹੋ ਗਈ, ਮੰਗ ਇੰਨੀ ਹੋ ਗਈ, ਉੱਥੋਂ ਦੀ ਜਿਹੜੀ ਸਰਕਾਰ ਸੀ ਇਸਲਾਮਕ, ਉਹਨਾਂ ਨੇ ਫਿਰ ਉਹਨੂੰ ਸ਼ੀਸ਼ੇ ਦੇ ਵਿੱਚ ਉਸ ਕਾਬੇ ਦੀ ਕੰਧ ਦੇ ਨੀਂਹ ਦੇ ਕੋਲੇ 1 ਫੁੱਟ ਉੱਚਾ ਕਰਕੇ ਚਾਂਦੀ ਦੇ ਫਰੇਮ ਦੇ ਵਿੱਚ ਫਿੱਟ ਕਰਕੇ ਰੱਖਤਾ, ਤਾਂ ਜੋ ਮੱਕੇ ਆਇਆ ਹਰ ਮੁਸਲਮਾਨ ਦੀਦਾਰ ਕਰਜੇ, ਦਰਸ਼ਨ ਕਰਜੇ। ਜਿਵੇਂ ਆਪਣੇ ਗੁਰੂ ਘਰਾਂ ਵਿੱਚ ਦਰਸ਼ਨੀ ਚੀਜ਼ਾਂ ਸ਼ੀਸ਼ੇ 'ਚ ਫਿੱਟ ਕੀਤੀਆਂ ਹੁੰਦੀਆਂ, ਸੰਗਤਾਂ ਦੀਦਾਰ ਸ਼ੀਸ਼ਾ ਤਾਂ ਲਾਇਆ ਜਾਂਦਾ ਵੀ ਹਰ ਬੰਦਾ ਟੱਚ ਨਾ ਕਰੇ, ਕਿ ਲੋਕ ਟੱਚ ਕਰਨ ਲੱਗ ਜਾਣ, ਛੂਹਣ ਲੱਗ ਜਾਣ, ਉਸ ਚੀਜ਼ ਦੀ ਲਾਈਫ ਨਹੀਂ ਰਹੀ। ਉਹ ਪੱਥਰ ਬੜਾ ਹਜ਼ਾਰਾਂ ਸਾਲ ਪੁਰਾਣਾ। ਜਦੋਂ ਕਹਿੰਦੇ ਭਾਈ ਮਰਦਾਨੇ ਨੇ ਸੁਣਿਆ, ਮੱਥਾ ਟੇਕ ਮਰ ਨੂੰ ਤੁਰ ਪਿਆ। ਹੁਣ ਤੇ ਫਿਰ ਤਾਂ ਖੁਸ਼ ਹੈ ਕਿ ਆਪਾਂ ਨੂੰ ਕਿਹੜਾ ਦੇਖਣਾ। ਆਇਆ ਕੋਲੇ ਮਜ਼ਾਰ ਲੋਕਾਂ ਦੇ ਪੱਟੀਆਂ ਬੰਨਦੇ ਆ, ਵੇਖਦਾ ਵੇਖਦਾ ਕੋਲੋਂ ਲੰਘਦਾ ਵੀ ਕਿਤੇ ਦੇਖਦੇ ਤਾਂ ਨਹੀਂ। ਆਖੋ ਸਤਨਾਮ, ਕਹਿੰਦੇ ਕਿਸੇ ਨੇ ਭਾਈ ਮਰਦਾਨਾ ਵੇਖਿਆ ਹੀ ਨਾ, ਨਜ਼ਰੀ ਨਾ ਆਇਆ ਕਿਸੇ ਨੂੰ। ਬਚਨ ਨਹੀਂ ਨਾ ਬਾਬਾ ਜੀ, ਅੱਖੀ ਕੱਟਾ ਮੂੰਹ ਵਿੱਚ ਡੱਕਾ, ਫਿਰ ਤੱਕੇ ਬੋਲ ਨਾ ਸਕੇ, ਮਾਰਿਆ ਸੱਚੇ ਪਾਤਸ਼ਾਹ ਕਰ ਕੂੜ ਕਮਤਾ। ਮਜ਼ਾਰਾਂ ਨੇ ਵੇਖਿਆ ਨਾ ਭਾਈ ਮਰਦਾਨੇ, ਪਰ ਭਾਈ ਮਰਦਾਨਾ ਬੜਾ ਖੁਸ਼। ਕਹਿੰਦੇ ਦਰਵਾਜ਼ਾ ਅੰਦਰ ਵੜ ਗਿਆ। ਇੱਥੇ ਬਹੁਤ ਵੱਡੀ 4 ਦੀਵਾਰੀ ਆ, ਉਹਦੇ ਵਿੱਚ ਕਿਤੇ ਵਿੱਚ ਕਾਰ ਜਾ ਕੇ ਕਾਬਾ ਸ਼ਰੀਫ ਹੁੰਦਾ ਹੈ। ਜਦੋਂ ਕਹਿੰਦੇ ਨੇੜੇ ਗਏ ਨਾ, ਚਾਹ ਚੜਿਆ ਵੀ ਸਾਰੇ ਪੱਟੀਆਂ ਬੰਨੀ ਫਿਰਦੇ ਆ, ਕਿਸੇ ਨੂੰ ਕੁਛ ਨਹੀਂ ਦਿਸਦਾ। ਬਸ ਜਾਂਦੇ ਆ, ਹੱਥ ਲਾਉਂਦੇ ਆ, ਚੁੰਮਦੇ ਆ, ਹੱਥ ਲਾ ਕੇ ਉੱਥੇ ਫਿਰ ਉਸ ਵੇਲੇ ਨਾ ਮੰਨਤ ਮੰਗੀ ਜਾਂਦੀ। ਕੋਈ ਨਮਾਜ਼ ਪੜ੍ਹਦਾ ਹੈ, ਕੋਈ ਉਸ ਵੇਲੇ ਕਲਮਾ ਗਾਉਂਦਾ ਹੈ, ਜੋ ਅੱਲਾਹ ਤਾਲਾ ਤੋਂ ਮੰਗਿਆ ਜਾਂਦਾ। ਅੱਜ ਵੀ ਮੁਸਲਮਾਨ 2-2 3-3 ਵਾਰ ਉਹ ਵੀਰ ਮੰਗਦੇ ਆ, ਤੇ ਉਹਦੇ ਬਿਲਕੁਲ ਥੱਲੇ ਪਾਣੀ ਨਿਕਲਦਾ, ਉਹਨੂੰ ਕਹਿੰਦੇ ਆ ਆਪੇ ਜਮਜਮ। ਦੁਨੀਆ ਦਾ ਸਭ ਤੋਂ ਪਾਕ ਪਵਿੱਤਰ ਤੇ ਮਹਿੰਗਾ ਜਲ ਹੈ ਜਮਜਮ। ਜਿਵੇਂ ਪੈਰਿਸ ਦਾ ਪਾਣੀ ਵਰਲਡ ਵਿੱਚ ਸਭ ਤੋਂ ਮਹਿੰਗਾ, ਸਭ ਤੋਂ ਕੀਮਤੀ, ਪਰ ਦੂਜੇ ਨੰਬਰ ਤੇ ਜਾਪਾਨ ਵਾਲਿਆਂ ਦਾ। ਇਸੇ ਤਰ੍ਹਾਂ
ਗੰਗਾ ਦਾ ਜਲ ਪਵਿੱਤਰ ਮੰਨਿਆ ਜਾਂਦਾ ਹੈ। ਸਿੱਖ ਧਰਮ ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅੰਮ੍ਰਿਤ ਜਲ ਪਾਕ ਪਵਿੱਤਰ ਮੰਨਿਆ ਜਾਂਦਾ ਹੈ। ਤੇ ਉਹ ਮੁਸਲਮਾਨ ਜਿੰਨੇ ਜਾਂਦੇ ਆ ਨਾ ਜੀ, ਉਹ ਜਮ ਪੀ ਕੇ ਆਉਂਦੇ ਆ, ਆਪੇ ਜਮ ਮਰਦਾਨੇ ਨੇ ਵੇਖਿਆ ਵੀ ਚੱਲ ਹੋਏਗਾ ਕਿੱਥੋਂ ਹੈ, ਸਮਝ ਨਾ ਆਈ। ਉਹ ਕਾਬਾ ਸ਼ਰੀਫ ਬਾਹਰੋਂ ਵੇਖਿਆ, ਅੰਦਰ ਵੜ ਗਿਆ, ਦੇਖਿਆ ਇੱਕ ਪੱਥਰ ਪਿਆ ਕਾਲੇ ਰੰਗ ਚ, ਸਿਰਫ ਇਸੇ ਦੇ ਦਰਸ਼ਨ ਹੋ ਰਹੇ, ਪਰ ਉਹ ਪੱਥਰ ਪਵਿੱਤਰ ਤਾਂ ਮੰਨਿਆ ਜਾਂਦਾ ਹੈ ਕੁਰਾਨ ਦੇ ਮੁਤਾਬਕ ਵੀ ਇਹ ਜੰਨਤ ਤੋਂ ਆਇਆ, ਜੰਨਤ ਪੈਗੰਬਰ ਜੀ ਲੈ ਕੇ ਆਏ ਆ, ਮੁਹੰਮਦ ਸਾਹਿਬ ਉਹਨਾਂ ਦੇ ਹੱਥ ਲੱਗੇ ਆ, ਇਬਰਾਹੀਮ ਪੈਗੰਬਰ ਜੀ ਦੇ ਹੱਥ ਲੱਗੇ ਆ, ਇਸ ਕਰਕੇ ਉਹ ਇਹਦੀ ਇੱਜ਼ਤ ਕਰਦੇ ਆ, ਸਤਿਕਾਰ ਕਰਦੇ ਆ, ਪਿਆਰ ਕਰਦੇ ਆ। ਉਹ ਵੀ ਸਪਰਸ਼ ਕਰਨਾ ਚਾਹੁੰਦੇ ਆ ਵੀ ਸਾਡੇ ਰਹਿਬਰ ਨੇ ਹੱਥ ਲਾਇਆ ਤੇ ਅਸੀਂ ਲਾਈਏ, ਤੇ ਸਾਡੇ ਵਾਲਾ ਲਾਣਾ ਇਹਨਾਂ ਕੋਲ ਤਰਕਾਂ ਤੋਂ ਬਿਨਾਂ ਗੱਲ ਹੀ ਕੋਈ ਨਹੀਂ, ਕੋਈ ਗੱਲ ਨਹੀਂ। ਸਵਾਲ ਹਰ ਚੀਜ਼ ਤੇ ਸਵਾਲ, ਗੁਰੂ ਤੇ ਸ਼ੰਕਾ, ਗੁਰਬਾਣੀ ਤੇ ਸ਼ੰਕਾ, ਇਤਿਹਾਸ ਤੇ ਸ਼ੰਕਾ, ਹੈ ਕੀ ਆ ਸਾਡੇ ਕੋਲ? ਅਸੀਂ ਕਹਿੰਦੇ ਵੀ ਸਾਡਾ ਗਿਆਨ ਹੀ ਅੰਤਲਾ ਗਿਆਨ ਹੈ। ਭਾਈ ਮਰਦਾਨਾ ਅੰਦਰ ਆਏ, ਉਹਨੇ ਘੁੱਟ ਕੇ ਪ੍ਰਕਰਮਾਂ ਕੀਤੀਆਂ ਕਾਬਾ ਸ਼ਰੀਫ। ਅੱਜ ਵੀ ਇਸਲਾਮ ਦੇ ਵੀਰ ਪ੍ਰਕਰਮਾਂ ਕਰਦੇ ਆ ਜੀ, ਲੱਖਾਂ ਲੱਖਾਂ ਲੋਕਾਂ ਦੀ ਪ੍ਰਕਰਮਾ ਹੁੰਦੀ ਹੈ, ਏਡਾ ਵੱਡਾ ਪ੍ਰਕਰਮਾ ਬਣਿਆ। ਜਦ ਉੱਥੇ ਫੰਕਸ਼ਨ ਹੁੰਦਾ ਹੈ, ਜਾਰਤ ਸ਼ੁਰੂ ਹੁੰਦੀ ਹੈ ਨਾ, ਉਹਨਾਂ ਦਿਨਾਂ ਦੇ ਵਿੱਚ 2-2 ਲੱਖ ਬੰਦਾ ਆਲੇ ਦੁਆਲੇ ਘੁੰਮਦਾ ਜਿਵੇਂ ਕੀੜੀਆਂ ਘੁੰਮਦੀਆਂ ਨੇ। ਏਡੇ ਵੱਡੇ ਪ੍ਰਬੰਧ ਨੇ ਉੱਥੇ, 5-5 ਲੱਖ ਬੰਦਾ ਅੰਦਰ ਪ੍ਰਵੇਸ਼ ਕਰਦਾ ਹੈ। ਕਿੱਡੀ ਵੱਡੀ ਥਾਂ, ਕਿੰਨੇ 100 ਏਕੜ ਦੇ ਵਿੱਚ ਬਣੀ ਹੋਈ ਹੈ, ਪਰ ਉਹ ਕਾਬਾ ਸ਼ਰੀਫ ਬਿਲਕੁਲ ਥੋੜੀ ਜਿਹੀ ਥਾਂ ਤੇ ਹੈ। ਉਹਦੇ ਤੇ ਅੱਜ ਵੀ ਕਾਲਾ ਕੱਪੜਾ ਪਾਇਆ ਹੈ, ਸੋਨੇ ਦੇ ਸੁਨਹਿਰੀ ਅੱਖਰਾਂ ਦੇ ਵਿੱਚ ਮੁਹੰਮਦ ਸਾਹਿਬ ਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਹੋਈਆਂ, ਆਇਤਲ ਕੁਰਸੀ ਵਰਗੀਆਂ। ਦੀਨ ਦੁਨੀਆ ਦੇ ਮਾਲਕ ਸਤਿਗੁਰ ਕਹਿੰਦੇ ਵਾਲੇ ਅਜੇ ਤੱਕ ਮਰਦਾਨਾ ਨਹੀਂ ਆਇਆ, ਪਾਬੰਦ ਚਲੇ ਗਏ, ਕਹਿੰਦੇ ਰੀਝ ਦੇ ਨਾਲ ਉਹ ਦੀਦਾਰ ਕਰਦੇ ਨੇ। ਆਇਸ ਧਾਰ ਲਈ ਸਿਰ ਪੇ, ਸੁਣ ਬੈਨ ਵਡੋ ਮਨ ਮੈਂ ਹਰ ਖਾਨਾ। ਸਤਿਗੁਰਾਂ ਦਾ ਬਚਨ ਚੇਤੇ ਕੀਤਾ ਭਾਈ ਮਰਦਾਨੇ ਦੇ ਧਿਆਨ ਚ ਗੁਰੂ ਨਾਨਕ ਪਾਤਸ਼ਾਹ ਨੇ। ਘੁੰਮ ਮੱਕੇ ਚ ਰਹੇ, ਕਾਬੇ ਸ਼ਰੀਫ ਚ ਰਹੇ ਆ, ਲੋਕਾਂ ਦੀ ਸ਼ਰਧਾ ਵੇਖਦੇ ਆ, ਆਸਥਾ ਵੇਖਦੇ ਆ, ਪਰ ਭਾਈ ਮਰਦਾਨਾ ਜੀ ਨੂੰ ਸਮਝ ਨਾ ਆਈ ਵੀ ਇੱਥੇ ਨਾ ਤੇ ਕੋਈ ਬੋਲ ਕੇ ਕੁਝ ਦੱਸਦਾ, ਨਾ ਕੋਈ ਗਿਆਨ ਸੁਣਾਵੇ, ਨਾ ਕੋਈ ਗੁਰੂ ਬੈਠਾ, ਕੋਈ ਇਸਲਾਮ ਦਾ ਵੱਡਾ ਰਹਿਬਰ ਹੋਵੇ, ਵੀ ਇੱਕ ਛੋਟਾ ਜਿਹਾ ਪੱਥਰ ਹੈ, ਉਹਨੂੰ ਸਪਰਸ਼ ਕਰਨ ਵਾਸਤੇ, ਮੱਥਾ ਟੇਕਣ ਵਾਸਤੇ ਮੁਸਲਮਾਨ ਦੁਨੀਆ ਤੋਂ ਆਉਂਦੇ ਨੇ। ਮੈਨੂੰ ਸਮਝ ਨਹੀਂ ਆਈ ਗੱਲ ਹੈ ਕੀ ਹੈ, ਸਪਰਸ਼ ਕਰ ਲਿਆ ਉਹਨਾਂ ਨੇ, ਜੋ ਮਰਿਆਦਾ ਸੀ ਉਹ ਪੂਰੀ ਕੀਤੀ, ਪਰ ਮਨ ਵਿੱਚ ਸਵਾਲ ਹੈ, ਇਹ ਪੂਜਿਆ ਕਿਉਂ ਜਾਂਦਾ ਹੈ, ਇਹ ਇੱਥੇ ਕਿਉਂ ਪੂਜਿਆ ਜਾਂਦਾ ਹੈ, ਦੁਨੀਆ ਦੇ ਹੋਰ ਕਿਸੇ ਕਿਨਾਰੇ ਕਿਉਂ ਨਹੀਂ? ਕਿਉਂਕਿ ਉਹ ਤਹਿ ਤੱਕ ਜਾਣਾ ਚਾਹੁੰਦੇ ਆ। ਦੇਖੋ ਗੱਲ ਦਾ ਸਵਾਲ ਤਾਂ ਆਇਆ ਹੁੰਦਾ, ਤੁਸੀਂ ਕੁਝ ਵੀ ਸੁਣਦੇ ਹੋ ਨਾ, ਤੁਹਾਨੂੰ ਉਹਦੇ 3 ਚੀਜ਼ਾਂ ਦਾ ਪਤਾ ਹੋਵੇ, ਇਹ ਕਿਉਂ ਬਣਿਆ, ਕਿਹੜੇ ਵੇਲੇ ਬਣਿਆ, ਤੇ ਕਿਸ ਨੇ ਬਣਾਇਆ। ਜੇ ਤੁਹਾਨੂੰ 3 ਚੀਜ਼ਾਂ ਦਾ ਪਤਾ ਹੀ ਨਹੀਂ ਤੇ ਫਾਇਦਾ ਕੀ ਹੈ? ਕਥਾ ਸੁਣੀ ਚਲੋ, ਸਾਰੀ ਜ਼ਿੰਦਗੀ ਸੁਣੀ, ਜਿੰਨੇ ਮਰਜ਼ੀ ਪ੍ਰਸੰਗ ਸਾਖੀਆਂ ਤੁਸੀਂ ਬੜੀਆਂ ਸੁਣੀਆਂ, ਕਿਸੇ ਪ੍ਰਸੰਗ ਦੀ ਥਾਂ ਦਾ ਹੀ ਨਹੀਂ ਪਤਾ ਵੀ ਕਿੱਥੇ ਸ਼ਬਦ ਉਚਾਰਿਆ, ਕਿਹੜੇ ਇਲਾਕੇ ਚ ਉਚਾਰਿਆ, ਅੱਜ ਕੱਲ ਉੱਥੇ ਕਿਹੜਾ ਥਾਂ ਬਣਿਆ ਹੋਇਆ ਹੈ। ਉਦੋਂ ਤੱਕ ਤੁਹਾਡੀ ਕਥਾ ਸੁਣੀ ਹੋਈ ਸਿਰਫ ਇੱਕ ਸਾਖੀ ਤੇ ਟਾਈਮ ਪਾਸ। ਜਦ ਤੁਸੀਂ ਉਹਦੇ ਬਾਰੇ ਸਾਰਾ ਕੁਝ ਸੁਣੋਗੇ ਨਾ, ਉਹ ਥਾਂ ਦੀ ਪੂਰੀ ਵੈਰੀਫਿਕੇਸ਼ਨ ਕੀ ਹੈ, ਉਹਦੇ ਬਾਰੇ ਲੋਕਾਂ ਦੀ ਮੰਨਤ ਕੀ ਹੈ, ਵੇਦਾਂ ਗ੍ਰੰਥਾਂ ਧਾਰਮਿਕ ਥਾਵਾਂ ਤੇ ਕੀ ਹੈ, ਰਹਿਬਰ ਪੈਗੰਬਰ ਲੋਕ ਕੀ ਕਹਿੰਦੇ ਆ, ਬਾਕੀ ਧਰਮ ਕੀ ਕਹਿੰਦੇ ਆ, ਸੱਚੀ ਉਦੋਂ ਰਾਸੇ ਆ ਜਾਂਦਾ ਵੀ ਇਹ ਚੀਜ਼ ਤੇ ਬਾਤ ਕੌਣ ਹੈ। ਉਹ ਭੁੱਲਦੇ ਨਹੀਂ ਸਾਰੀ ਜ਼ਿੰਦਗੀ, ਖਾਨੇ 'ਚ ਵੜ ਜਾਂਦੀ ਮਗਜ ਵਿੱਚ। ਭਾਈ ਮਰਦਾਨੇ ਨੇ ਸਾਰਾ ਕੁਝ ਵੇਖਿਆ, ਖੁਸ਼ ਬੜੇ ਆ, ਗੁਰੂ ਸਾਹਿਬ ਦਾ ਧੰਨਵਾਦ ਸ਼ੁਕਰਾਨਾ ਕਰਦੇ ਆ ਵੀ ਇਹ ਤੇ ਦਰਸ਼ਨ ਮੈਨੂੰ ਸਤਿਗੁਰਾਂ ਆਪ ਕਰਾਏ ਨੇ। ਅੰਤਰ ਤਾਹੀ ਪਰਵੇਸ਼ ਕਰਾ, ਸਭ ਅੰਧ ਭਏ ਨੇ ਕਾਹੂ ਲਖਾਨਾ। ਇਹਨਾਂ ਚੋਂ ਇੱਕੋ ਹੀ ਸੀ ਸੁਜ਼ਾਖੇ ਜਿਹੜੇ ਵੇਖ ਰਹੇ ਆ, ਬਾਕੀ ਤੇ ਅੰਨੇ ਹੀ ਆ ਸਾਰੇ, ਕਿਉਂਕਿ ਪੱਟੀ ਬੰਨੀ ਹੋਈ ਆ ਜੀ, ਦਿਸਦਾ ਹੀ ਕੁਛ ਨਹੀਂ। ਉਹ ਆਪਣੀ ਮੰਨਤ ਅਨੁਸਾਰ ਇੱਕ ਦੂਜੇ ਦੇ ਪਿੱਛੇ ਤੁਰੇ ਜਾਂਦੇ ਆ, ਕਾਬਾ ਜੀ ਨੂੰ ਹੱਥ ਲਾ ਕੇ ਚੁੰਮ ਕੇ ਬਾਹਰ ਆਈ ਜਾਂਦੇ ਆ। ਪਰ ਭਾਈ ਮਰਦਾਨਾ ਖੁਸ਼ ਵੀ ਬਹੁਤ ਹੈ ਵੀ ਇੱਕ ਕੱਲਾ ਮੈਂ ਹੀ ਆ ਵੇਖਣ ਵਾਲਾ। ਸੱਚੀ ਫਿਰ ਫੀਲਿੰਗ ਤੇ ਪ੍ਰਾਊਡਲੀ ਹੋਊਗੀ, ਉਹ ਸਾਰੇ ਪੱਟੀਆਂ ਬੰਨੀ ਫਿਰਦੇ ਤੇ ਕੱਲਾ ਸ਼ੇਰ ਵਾਂਗੂ ਘੁੰਮਦਾ ਹੈ। ਖੁਸ਼ ਬਹੁਤ ਨੇ ਵੀ ਚੱਲ ਸ਼ੁਕਰ ਹੈ ਦਾਤਾ ਤੇਰਾ, ਇਸਲਾਮ ਵਿੱਚ ਮੁਸਲਮਾਨਾਂ ਦੇ ਘਰੇ ਜੰਮਿਆ ਸੀ, ਮੇਰੀ ਤੇ ਔਕਾਤ ਨਹੀਂ ਸੀ ਮੈਂ ਕਦੇ ਮੱਕਾ ਕਾਬਾ ਸੁਣ ਵੀ ਵੇਖ ਲਵਾਂ। ਤੁਸੀਂ ਖੁੱਲੇ ਨੈਣਾਂ ਨਾਲ ਦੀਦਾਰ ਕਹਿੰਦੇ ਬਾਹਰ ਆ ਗਏ, ਜਿੱਥੇ ਇਬਰਾਹੀਮ ਜੀ ਕਦੇ ਨਮਾਜ਼ ਪੜ੍ਹਦੇ ਸੀ ਉਹ ਥਾਂ ਵੀ ਬਣੀ ਹੈ,
ਇਸਲਾਮ ਦੇ ਲੋਕ ਨੂੰ ਚੁੰਮਦੇ ਆ, ਮੱਥਾ ਨਹੀਂ ਟੇਕਦੇ। ਤੇ ਮੱਥੇ ਵਾਲੇ ਫਰਸ਼ ਸਾਡੇ ਵਾਲੇ ਹੁੰਦੇ ਆ, ਜਿਹਨੂੰ ਮਰਜ਼ੀ ਲਗਾ ਲਾ। ਸਾਡੇ ਕੋਲ ਤੇ ਇੱਕ ਮੱਥਾ ਹੀ ਰੱਖਿਆ, ਜਿੱਥੇ ਮਰਜ਼ੀ ਕੰਧ ਨਾ ਬਣਾ ਦੇ, ਆਖੋ ਸਤਨਾਮ, ਕਹਿ ਦੇ ਮਾੜਾ ਜਿਹਾ ਮੱਥਾ ਟੇਕ ਲਾ, ਤੇਰੀ ਅਰਦਾਸ ਪੂਰੀ ਹੋ ਜੂ, ਤੂੰ ਜੋ ਮੰਗੇਗਾ ਮਿਲ ਜੂ। ਇੱਥੇ ਜੀ ਪੱਟਦੀ ਪਿਆ, ਜਿੱਥੇ ਮਰਜ਼ੀ ਮੱਥਾ ਟਿਕਾ ਲਓ। ਪਰ ਉਹਨਾਂ ਵੀਰਾਂ ਚ ਕੱਟਣਾ ਤੇ ਚੜ੍ਹਦੀ ਕਲਾ ਵਾਲੇ ਸਿੰਘਾਂ ਦੇ ਵਿੱਚ ਅੱਜ ਵੀ ਪ੍ਰਪੱਕਤਾ ਬੜੀ ਹੈ। ਮਰ ਜਾਣਗੇ, ਸਿਰ ਕੱਟੇ ਜਾਣਗੇ, ਝੁਕਦੇ ਨਹੀਂ। ਸਾਹਿਬਜ਼ਾਦੇ ਨੂੰ ਇੰਨੇ ਕਿਹਾ ਸੀ ਵੀ ਵਜੀਦੇ ਨੂੰ ਸਿਰ ਝੁਕਾ ਦਿਓ। ਕਿੱਡੀ ਕੁ ਗੱਲ ਹੈ ਜੀ, ਸੋਚੀਏ। ਸਾਡੇ ਭਾਵ ਨਾਲ ਤਾਂ ਕੁਛ ਵੀ ਹੈ ਨਹੀਂ, ਅਸੀਂ ਤੇ ਜਿੱਥੇ ਗਏ ਹੋ ਜਿਹੇ ਹੋ ਜਾਂਦੇ ਆ। ਉਹ ਕਹਿੰਦੇ ਨਾ, ਵੱਡਿਆ ਜਾਊ, ਸ਼ਹੀਦ ਹੋ ਜਾਾਂਗੇ, ਮੌਤ ਕਬੂਲਾਂਗੇ, ਪਰ ਆਪਣੇ ਗੁਰੂ ਪਿਤਾ ਸਤਿਗੁਰ ਤੋਂ ਬਿਨਾਂ ਸਿਰ ਝੁਕਾ ਨਹੀਂ ਸਕਦੇ। ਆਖੋ ਸਤਨਾਮ, ਤੇ ਝੁਕਣ ਵੀ ਦਿੱਤਾ ਨਹੀਂ। ਅਸੀਂ ਕੀ ਜਾਣੀਏ ਸਿਰ ਝੁਕਾਉਣਾ ਕੀ ਹੁੰਦਾ। ਅਸੀਂ ਤੇ ਛੋਟੀਆਂ ਛੋਟੀਆਂ ਚੀਜ਼ਾਂ ਤੇ ਡੋਲ ਜਾਂਦੇ ਆ। ਹੁਣ ਭਾਈ ਮਰਦਾਨਾ ਉੱਥੋਂ ਸੋਚ ਕੇ ਖਿਆਲ ਕਰਕੇ ਨਾ ਬਾਹਰ ਆਉਣਾ ਚਾਹੁੰਦੇ ਆ। ਸਮਾਂ ਸਮਾਪਤ ਹੈ, ਕੀ ਹੋਏਗਾ। ਮੱਕੇ ਬਾਰੇ ਪੁਰਾਣੇ ਤੱਥ ਕੀ ਨੇ, ਵੀ ਇਹ ਹੋਂਦ ਵਿੱਚ ਕਿਵੇਂ ਆਇਆ, ਬਣਿਆ ਕਿਵੇਂ, ਕਿਹੜੀ ਕਿਹੜੀ ਪਰੰਪਰਾ ਮਾਨਤਾ ਹੈ, ਇਸਲਾਮ ਚ ਕੀ ਹੈ, ਸਨਾਤਨ ਚ ਕੀ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਕੱਲ ਦੇ ਦੀਵਾਨਾਂ ਚ ਸਰਵਣ ਕਰਾਂਗੇ।